जोरी नमोकार जोरी। श्री हरि कृष्ण मनाए बहोरी। तेग बहादुर परम कृपाला गुर परम कृपाला। श्री गुरु गोबिंद सिंह विसाला। धर्मों धरा पार पुन पुन सीसा जी पुन पुन सीसा। बंदों बार बार जगदीशा। जिसमें अमृत ज्ञान है मानिक भगत वैराग। श्री गुरु ग्रंथ साहिब उदत बंदों कर अनुराग। एक ओंकार सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु सतनाम। जय कहे मुक्त अंगद धारे लंका से कटे करवाए। विचरत भय सिंह जय कहा एक साथ हुआ शब्द। जय कहे मुक्त राम लगाए। वाहिगुरु जी का खालसा वाहिगुरु जी की फतेह। दसां पातशाहियां की जोत तखत चौर छत्र दे मालक धन श्री गुरु ग्रंथ साहिब जी महाराज। सतगुरां दी अपर अपार किरपा रहमत दा सदका जगत गुरु श्री गुरु नानक देव साहिब जी महाराज सतगुरां दे पावने स्थान गुरुद्वारा श्री बेर साहिब जी विखे गुरु चरनां दी हाजरी भर रही गुरु की साजी नवाजी हुई साध संगत जी। सतगुरां ने कृपा की है सत संगत का अमोलक सुभागा समा प्राप्त होया। लड़ीवार रूप दे विच जगत गुरु जी के पावने स्थान से सतगुरां के 10वें स्वरूप श्री गुरु गोबिंद सिंह साहिब जी महाराज सतगुरां का पावन लड़ीवार इतिहास चल रहा है। और कल के दीवान में आप साध संगत जी श्रवण किया जिमें गरीब नवाज सतगुरु जी खजराने की ढाब से भाई महा सिंह के साथी ये 40 सिंघां का अपनी हाजरी के अंतिम संस्कार करवा करके 40 सिंघां मुक्ते होने का खिताब बख्शिश किया। आख्या साडे मुक्ते शहीद सिंह हैं। ये खदराने की ढाब नहीं ये मुक्तसर साहिब हो गया। आने वाले समय में संगतां इसनूं श्री मुक्तसर साहिब के नाम नाल याद करनगे। जिहड़ा भावना नाल इस सरोवर साहिब विच आके इशनान करेगा माघी के पुरब ते मनोकामनावां भावनावां पूरीआं होणगीआं। और ये 40 सिंघां शहीदां नूं पंथ दे विच मुक्तियां दे नाम नाल याद कीता जावे। फिर सतगुरु जी उस थां तो अगे गए क्योंकि खतराने की ढाब सुकी हुई सी। इत्थों अगे महाराज साहब जी नाल दे बराड़ा सिखां नूं कहण लगे कि तुसीं इस इलाके दे जाणू हो ते अगे चल गए आपां जिथे पानी हो। फिर अगे महाराज साहब जी पहुंचे तो एक जगह आई है सोहनी जिस थां के उत्ते एक जल का ताल भी है भाव पानी की ढाब भी है। उहदे महाराज साहब जी ने पास घोड़े को उतारा किया है
ਗੁਰੂ ਸਾਹਿਬ ਜੀ ਨੇ ਉੱਥੇ ਡੇਰਾ ਕੀਤਾ ਹੈ। ਸਿੱਖਾਂ ਨੇ ਆਪਣੇ ਘੋੜੇ ਉੱਥੇ ਲਾਏ ਹਨ। ਜੋ ਜਲ ਦਾ ਉਤਾਰ ਸੀ, ਜਲ ਦੀ ਢਾਲ ਸੀ। ਇੱਥੋਂ ਅੱਗੇ ਗਾਥਾ ਸਾਧ ਸੰਗਤ ਜੀ ਚੱਲਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਵਿੱਤਰ ਧਿਆਨ ਧਰਦਿਆਂ ਹੋਇਆ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਜਿੱਥੇ ਕਿਥੇ ਗੁਰੂ ਕੇ ਸਿੱਖਾਂ ਨੇ ਆਪਣੇ ਘੋੜਿਆਂ ਤੋਂ ਉਤਰ ਕਰਕੇ ਉਸ ਜਲ ਦੇ ਤਾਲ ਦੇ ਪਾਸ ਪਾਣੀ ਦੀ ਢਾਬ ਦੇ ਨੇੜੇ ਜਿੱਥੇ ਕਿਥੇ ਕਿਸੇ ਨੂੰ ਥਾਂ ਮਿਲਿਆ ਹੈ, ਘੋੜਿਆਂ ਤੋਂ ਉਤਰ ਕਰਕੇ ਆਪਣੇ ਘੋੜੇ ਉੱਥੇ ਲਾਉਣੇ ਕੀਤੇ, ਬੰਨਣਾ ਕੀਤੇ। ਤ੍ਰੈਣ ਕਾਸਕ ਇਕੱਠੇ ਕਰਵਾਏ। ਤੇ ਫਿਰ ਗੁਰੂ ਕੇ ਸਿੱਖ ਜੋ ਵਸਤੂਆਂ ਦੀ ਲੋੜ ਸੀ, ਘੋੜਿਆਂ ਦੇ ਵਾਸਤੇ ਘਾਹ ਦੀ ਲੋੜ ਸੀ ਤੇ ਘਾਹ ਬਣਨ ਲੱਗ ਪਏ। ਲੱਕੜਾਂ ਦੀ ਲੋੜ ਸੀ ਤੇ ਲੱਕੜਾਂ ਇਕੱਠੀਆਂ ਕਰਨ ਲੱਗ ਪਏ, ਕਿਉਂਕਿ ਬਾਲਣ ਚਾਹੀਦਾ ਹੈ। ਇਸ ਕਰਕੇ ਸੁੱਕੀਆਂ ਲੱਕੜਾਂ ਇਕੱਠੀਆਂ ਕਰਨ ਲੱਗ ਪਏ ਗੁਰੂ ਕੇ ਸਿੱਖ, ਤੇ ਆਪੋ ਆਪਣੇ ਘੋੜਿਆਂ ਦੇ ਵਾਸਤੇ ਘਾਹ ਪੱਠਾ ਵੱਢਣ ਲੱਗ ਪਏ। ਵਿਚਰਤ ਭਏ ਸਿੰਘ ਜਹ ਕਹਾਂ। ਤੇ ਗੁਰੂ ਕੇ ਸਿੰਘ ਜਿੱਥੇ ਕਿੱਥੇ ਵਿਚਰ ਰਹੇ ਆ, ਉਹ ਪਾਣੀ ਦੀ ਢਾਬ ਦੇ ਨੇੜੇ ਨੇੜੇ ਉੱਥੋਂ ਹੀ ਸੁੱਕੀਆਂ ਲੱਕੜਾਂ ਦਰਖਤਾਂ ਦੇ ਥੱਲੇ ਇਕੱਠੀਆਂ ਕਰਦੇ, ਤੇ ਉੱਥੇ ਹੀ ਘਾਹ ਹੈ, ਘਾਹ ਵੱਢਦੇ ਫਿਰਦੇ ਅੱਗੇ ਵੱਢ ਕੇ ਘੋੜਿਆਂ ਨੂੰ ਪਾਉਣੇ ਆ। ਤਾਂ ਇਸ ਤਰ੍ਹਾਂ ਉਹ ਢਾਬ ਦੇ ਨੇੜੇ ਨੇੜੇ ਗੁਰੂ ਕੇ ਸਿੰਘ ਵਿਚਰਦੇ ਆ, ਇੱਧਰ ਉੱਧਰ। ਇੱਕ ਸਾਧ ਕੋ ਆਸ਼ਰਮ ਤਹਾਂ। ਹੁਣ ਉਸੇ ਢਾਬ ਦੇ ਦੂਸਰੇ ਪਾਸੇ ਇੱਕ ਸਾਧੂ ਦਾ ਆਸ਼ਰਮ ਸੀ, ਇੱਕ ਤਪਸਵੀ ਸਾਧੂ ਦਾ। ਸਾਧ ਸੰਗਤ ਜੀ ਉਸ ਨੂੰ ਕਿਹਾ ਜਾਂਦਾ ਜਿਹੜਾ ਸਾਧਨਾ ਕਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਸਾਧ ਅਤੇ ਸਾਧੂ ਇਹ ਪਦ ਅਨੇਕਾਂ ਵਾਰੀ ਆਇਆ। ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਅੰਦਰ ਸਾਧ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਆਪਣੇ ਤਨ ਦੀ ਤੇ ਮਨ ਦੀ ਸਾਧਨਾ ਕਰਦਾ ਹੈ, ਤੇ ਤਨ ਨੂੰ ਸਾਧ ਕੇ ਤੇ ਫਿਰ ਸਾਧਨਾ ਵਿੱਚ ਜਿਹੜਾ ਪਰਪੱਕ ਹੋ ਜਾਂਦਾ ਹੈ, ਮਨ ਦੀ ਸਾਧਨਾ ਕਰ ਲੈਂਦਾ ਹੈ, ਉਸ ਨੂੰ ਫਿਰ ਸਾਧੂ ਆਖਿਆ ਜਾਂਦਾ ਹੈ। ਕਿਉਂਕਿ ਤਨ ਵੀ ਸਾਧਨਾ ਸੌਖਾ ਨਹੀਂ ਹੈ ਤੇ ਮਨ ਵੀ ਸਾਧਨਾ ਸੌਖਾ ਨਹੀਂ। ਸੰਗਤ ਵਿੱਚ ਨਮਸਕਾਰ ਕਰਕੇ ਜਿਹੜਾ ਚੌਂਕੜਾ ਲਾ ਕੇ ਬੈਠਣਾ ਹੈ, ਇਹ ਵੀ ਇੱਕ ਤਨ ਦੀ ਸਾਧਨਾ ਹੈ। ਤੇ ਜਿਹੜਾ ਰੋਜ਼ ਦਾ ਅਭਿਆਸ ਨਾ ਹੋਵੇ ਬਹਿਣ ਦਾ, ਉਹ ਕਾਲਾ ਜਿਹਾ ਪੈ ਜਾਂਦਾ ਵਾ, ਉੱਤੇ ਚੌਂਕੜਾ ਨਹੀਂ ਮਾਰਿਆ ਜਾਂਦਾ, ਬੈਠਾ ਨਹੀਂ ਜਾਂਦਾ। ਸਰੀਰ ਦੀ ਵੀ ਸਾਧਨਾ ਹੈ। ਤਾਂ ਮਨ ਤਾਂ ਬਹੁਤਾ ਜ਼ਿਆਦਾ ਤੇਜ਼ ਹੈ। ਮਨ ਤਾਂ ਮਹਾਰਾਜ ਕਹਿੰਦੇ ਮਨ ਵਾਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਮਨ ਦੀ ਸਾਧਨਾ ਤੇ ਤਾਂ ਹੁੰਦੀ ਜੇ ਪੂਰੇ ਗੁਰੂ ਦੀ ਕਿਰਪਾ ਹੋਵੇ ਰਹਿਮਤ। ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਗੁਰਮੁਖ ਸਾਧ ਅਸਾਧ ਸਾਧ ਸਦਾਇਆ। ਗੁਰਮੁਖਾਂ ਨੇ ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧ ਕਰਕੇ ਸਾਧ ਖਵਾਇਆ। ਤਾਂ ਇਹ ਸਾਧੂ ਹੈ, ਤਪਸਵੀ ਹੈ। ਉਸੇ ਢਾਬ ਦੇ ਪਰਲੇ ਪਾਸੇ ਇੱਕ ਸਾਧ ਹੈ, ਉਹਦਾ ਆਸ਼ਰਮ ਹੈ। ਸਾਧੂਆਂ ਦੇ ਟਿਕਾਣੇ ਨੂੰ ਆਸ਼ਰਮ ਕਿਹਾ ਜਾਂਦਾ ਜਾਂ ਡੇਰਾ ਕਹਿ ਦਿੱਤਾ ਜਾਂਦਾ। ਅੱਜ ਕੱਲ੍ਹ ਵੀ ਡੇਰਾ ਅੱਖਰ ਮਾੜਾ ਨਹੀਂ ਗਾ, ਆਸ਼ਰਮ ਅੱਖਰ ਮਾੜਾ ਨਹੀਂ ਹੈ। ਹੁਣ ਡੇਰੇ ਵਿੱਚ ਰਹਿਣ ਵਾਲਾ ਕਿਹੋ ਜਿਹਾ ਹੈ, ਉਹ ਚੰਗੇ ਵੀ ਹੁੰਦੇ ਆ ਤੇ ਮਾੜੇ ਵੀ ਹੁੰਦੇ ਆ। ਜੇ ਬੰਦਾ ਮਾੜਾ ਹੋਵੇ ਤੇ ਉਹਦੇ ਨਾਲ ਡੇਰਾ ਵੀ ਮਾੜਾ ਬਦਨਾਮ ਹੋ ਜਾਂਦਾ, ਤੇ ਜੇ ਉੱਥੇ ਰਹਿਣ ਵਾਲਾ ਚੰਗਾ ਪੁਰਸ਼ ਹੋਵੇ ਤੇ ਫਿਰ ਉਹ ਜਗ੍ਹਾ ਵੀ ਸਤਿਕਾਰੀ ਹੁੰਦੀ। ਇਸੇ ਤਰ੍ਹਾਂ ਸਾਧੂਆਂ ਦੀ ਰਿਹਾਇਸ਼ ਦਾ ਨਾਮ ਆਸ਼ਰਮ ਹੈ, ਜਿੱਥੇ ਸਾਧੂ ਰਹਿੰਦੇ। ਤਾਂ ਕਹਿੰਦੇ ਕਿ ਪਰਲੇ ਪਾਸੇ ਢਾਬ ਦੇ ਇੱਕ ਸਾਧੂ ਦਾ ਸਥਾਨ ਸੀ, ਭਾਵ ਉੱਥੇ ਤਪਸਵੀ ਰਹਿੰਦਾ ਸੀ। ਬੂਝਨ ਲੱਗਿਓ ਸੇਵਕਨ ਸੋਈ। ਜਦੋਂ ਹਾਲੇ ਸਿੰਘ ਉਧਰਲੇ ਪਾਸੇ ਨਹੀਂ ਸੀ ਗਏ, ਸਿੰਘ ਉਰਲੇ ਪਾਸੇ ਢਾਬ ਦੇ ਵਿਚਰ ਰਹੇ ਆ, ਲੱਕੜਾਂ ਇਕੱਠੀਆਂ ਕਰ ਰਹੇ ਆ, ਘਾਹ ਘੋੜਿਆਂ ਵਾਸਤੇ ਵੱਢ ਰਹੇ ਆ, ਤੇ ਉਹ ਘੋੜਿਆਂ ਦੀ ਜਿਹੜੀ ਗੰਦੀ ਆਵਾਜ਼ ਪਰਲੇ ਪਾਸੇ ਵੀ ਜਾਂਦੀ। ਸਿੰਘਾਂ ਦੀ ਆਪਣੇ ਵਿੱਚ ਵਚਨ ਵਿਲਾਸ ਕਰਦਿਆਂ ਹੋਇਆ ਜਿਹੜੀ ਆਵਾਜ਼ ਹੈ ਉਹ ਪਰਲੇ ਪਾਰ ਵੀ ਜਾਂਦੀ ਹੈ ਜਲ ਦੀ ਢਾਬ ਤੇ।
ਤਾਂ ਉਹ ਜਿਹੜਾ ਜੋਗੀ ਹੈ, ਜਿਹੜਾ ਸਾਧੂ ਹੈ, ਉਹ ਆਪਣੇ ਸੇਵਕਾਂ ਨੂੰ ਪੁੱਛਣ ਲੱਗਾ, ਪਰਲੇ ਤੀਰ ਤਾਲ ਕੇ ਹੋਈ। ਕਹਿਣ ਲੱਗਾ ਕਿ ਇਹ ਤਾਲ ਦੇ, ਕਿ ਇਸ ਢਾਬ ਦੇ ਪਰਲੇ ਪਾਸੇ ਕੌਣ ਹੈ? ਉਤਰਿਓ ਕੌਣ ਬੋਲ ਸੁਣੀਐ ਤੇ। ਪਰਲੇ ਪਾਸੇ ਕੌਣ ਉਤਰਿਆ ਹੋਇਆ? ਆਵਾਜ਼ ਆ ਰਹੀ, ਕਿਉਂਕਿ ਸਿੰਘ ਵੀ ਬੋਲ ਰਹੇ ਸੀ, ਘੋੜੇ ਵੀ ਨਿਕਲੇ ਆ, ਤੇ ਉਹ ਆਵਾਜ਼ ਜਿਹੜੀ ਸੀ ਉਹ ਤਾਲ ਦੇ ਪਰਲੇ ਬੰਨੇ ਜਾਂਦੀ ਹੈ ਕਿ ਉਹ ਸਾਧੂ ਪੁੱਛਦਾ ਆਪਣੇ ਚੇਲਿਆਂ ਨੂੰ ਵੀ ਇਸ ਜਲ ਦੇ ਤਾਲ ਦੇ ਪਰਲੇ ਪਾਸੇ ਕੌਣ ਉਤਰਿਆ ਹੋਇਆ ਹੈ? ਇਹ ਕੌਣ ਆਇਆ ਹੈ, ਕਿੱਥੋਂ ਆਇਆ ਹੈ ਤੇ ਕਿੱਥੇ ਜਾ ਰਿਹਾ ਹੈ? ਤੇ ਉਸ ਸਾਧੂ ਦੇ ਦਾਸਾਂ ਨੇ, ਸੇਵਕਾਂ ਨੇ ਦੱਸ ਦਿੱਤਾ ਹੈ। ਉਹਨਾਂ ਨੇ ਜਦੋਂ ਸਿੰਘਾਂ ਤੋਂ ਪਤਾ ਲੱਗਾ ਤੇ ਉਹ ਕਹਿਣ ਲੱਗੇ ਕਿ ਮਰੇਲਾ ਗੁਰੂ ਉਤਰਿਆ ਉਧਰਲੇ ਪਾਸੇ। ਕੱਲ ਵੀ ਬੇਨਤੀ ਸਾਂਝੀ ਕੀਤੀ ਸੀ ਕਿ ਇਹ ਤੁਰਕਾਂ ਦੀ ਫੌਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਰੱਖਿਆ ਸੀ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਸੀ ਮਰੇਲਾ ਗੁਰੂ। ਮਰੇਲਾ ਦਾ ਭਾਈ ਵੀਰ ਸਿੰਘ ਜੀ ਨੇ ਆਖਿਆ, ਉਹਨਾਂ ਨੇ ਇਹ ਤੁਰਕਾਂ ਨੇ ਨਾਂ ਰੱਖਿਆ ਵੀ ਇਹ ਮਾਰਨ ਵਾਲਾ ਗੁਰੂ, ਇਹ ਸਾਨੂੰ ਮਾਰਦਾ ਹੈ। ਤੇ ਮਾਰਦਾ ਕਦੇ ਗੁਰੂ ਗੋਬਿੰਦ ਸਿੰਘ ਐਵੇਂ ਥੋੜਾ ਕਿਸੇ ਨੂੰ ਮਾਰਦੇ ਫਿਰਦੇ, ਮਾਰਿਆ ਤਾਂ ਉਹਨੂੰ ਆ ਜਿਹੜਾ ਹੰਕਾਰ ਨਾਲ ਗੁਰੂ ਸਾਹਿਬ ਤੇ ਚੜ੍ਹ ਕੇ ਆਉਂਦਾ ਸੀ, ਜਿਹੜਾ ਵਧੀਕੀ ਕਰਦਾ ਸੀ। ਕਿਉਂਕਿ ਗੁਰੂ ਘਰ ਦਾ ਸਿਧਾਂਤ ਹੈ, ਨਾ ਕਿਸੇ ਨੂੰ ਡਰ ਦੇਣਾ ਹੈ ਤੇ ਨਾ ਕਿਸੇ ਦਾ ਡਰ ਮੰਨਣਾ। ਇਹ ਸਿਧਾਂਤ ਮਹਾਰਾਜ ਦੇ ਘਰ ਦਾ। ਭੈ ਕਾਹੂ ਕਉ ਦੇਤ ਨਾ ਹੈ, ਨਹਿ ਭੈ ਮਾਨ ਤਿਆਰ। ਜਿਵੇਂ ਆਮ ਸੰਸਾਰ ਦੇ ਵੀ ਕਿਹਾ ਜਾਂਦਾ ਨਾ ਵੀ ਜੀ ਕਹੋ ਤੇ ਜੀ ਕਹਾਓ, ਵੀ ਜੇ ਕਹਿਣਾ ਨਹੀਂ ਜੀ ਤੇ ਫਿਰ ਕਹਾਉਣਾ ਵੀ ਕਿੱਥੋਂ ਹੈ ਜੀ। ਵੀ ਜੇ ਡਰ ਕਿਸੇ ਨੂੰ ਦੇਣਾ ਨਹੀਂ ਦੂਜੇ ਨੂੰ ਤੇ ਫਿਰ ਡਰ ਮਿਲਦਾ ਵੀ ਨਹੀਂ। ਤੇ ਜਿਹੜਾ ਫਿਰ ਗੁਰੂ ਘਰ ਦੇ ਉੱਤੇ ਚੜ੍ਹ ਕੇ ਆਉਂਦਾ ਹੈ ਤੇ ਉਹ ਫਿਰ ਉਤਰ ਕੇ ਜਾਣਾ ਪੈਂਦਾ। ਮਹਾਰਾਜ ਸਾਹਿਬ ਜੀ ਦਾ ਇਸ ਸਿਧਾਂਤ ਆ ਵੀ ਅਸੀਂ ਡਰਾਉਂਦੇ ਵੀ ਨਹੀਂ ਕਿਸੇ ਨੂੰ ਤੇ ਡਰਦੇ ਵੀ ਨਹੀਂ ਕਿਸੇ ਤੋਂ। ਆਪਣਾ ਡਰਾਉਣਾ ਹੈ ਅਵਰ ਡਰਾਵਾ। ਤੇ ਉਹਨਾਂ ਨੇ ਫਿਰ ਮਹਾਰਾਜ ਦਾ ਨਾਂ ਰੱਖਿਆ, ਕਿਉਂਕਿ ਕਿੰਨੀਆਂ ਫੌਜਾਂ ਲੈ ਲੈ ਕੇ ਜਿਹੜੇ ਮਹਾਰਾਜ ਨੇ ਢੇਰ ਲਾ ਦਿੱਤੇ ਸੀ ਮਾਰ ਮਾਰ ਕੇ। ਅਨੰਦਪੁਰ ਸਾਹਿਬ ਤੇ ਵੀ ਜਦੋਂ ਘੇਰਾ ਪਿਆ, ਚਮਕੌਰ ਦੀ ਗੜੀ ਵਿੱਚ ਵੀ ਫਿਰ ਉਹਨਾਂ ਨੇ ਮਹਾਰਾਜ ਦਾ ਨਾਂ ਹੀ ਮਰੇਲਾ ਗੁਰੂ ਰੱਖ ਦਿੱਤਾ ਵੀ ਇਹ ਬੜਾ ਜ਼ਬਰਦਸਤ ਗੁਰੂ ਹੈ, ਮਾਰ ਦਿੰਦਾ ਇਹ। ਉਹਨੂੰ ਨੌਕਰੀ ਕਰਦੇ ਸੀ, ਉਹਨਾਂ ਨੂੰ ਜਾਣਾ ਤਾਂ ਪੈਂਦਾ ਸੀ ਆਪਣੇ ਜਰਨੈਲ ਦੇ ਪਿੱਛੇ ਲੱਗ ਕੇ। ਪਰ ਇਹ ਗੱਲ ਪੂਰੀ ਉਹਨਾਂ ਦੀ ਫੌਜ ਵਿੱਚ ਫੈਲੀ ਹੋਈ ਵੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਨਾ ਜੋ ਮਰੇਲਾ ਗੁਰੂ ਹੈ ਉਹ ਮਾਰ ਦਿੰਦਾ ਤੀਰ ਮਾਰ ਮਾਰ ਕੇ। ਤਾਂ ਇਸ ਕਰਕੇ ਉਹ ਸਾਧੂ ਦੇ ਸੇਵਕਾਂ ਨੇ ਆਖਿਆ ਕਿ ਉਧਰਲੇ ਪਾਸੇ ਮਰੇਲਾ ਗੁਰੂ ਵੀ ਗੁਰੂ ਗੋਬਿੰਦ ਸਿੰਘ ਜੀ ਉਤਰੇ ਹੋਏ ਹਨ। ਉਹ ਗੁਰੂ ਨੇ ਪੁੱਛਿਆ, ਸਾਧੂ ਨੇ ਪੁੱਛਿਆ ਆਪਣੇ ਚੇਲਿਆਂ ਤੋਂ ਵੀ ਉਹ ਗੁਰੂ ਨੇ ਕੀ ਕੀਤਾ। ਤਾਂ ਸੇਵਕ ਕਹਿਣ ਲੱਗੇ ਕਿ ਉਹ ਤੁਰਕਾਂ ਦੇ ਨਾਲ ਭਾਰੀ ਜੰਗ ਕਰਕੇ ਆਏ ਹਨ। ਉਹਨਾਂ ਜਦੋਂ ਪੁੱਛਿਆ ਨਾ ਵੀ ਤੁਸੀਂ ਮਰੇਲਾ ਗੁਰੂ ਕਿਉਂ ਕਹਿੰਦੇ, ਤਾਂ ਉਹ ਸੇਵਕਾਂ ਨੇ ਦੱਸਿਆ ਵੀ ਕਈ ਵਾਰੀ ਜੰਗ ਕਰਕੇ ਹਜ਼ਾਰਾਂ ਤੁਰਕ ਮਾਰ ਦਿੱਤੇ ਹਨ। ਇਹ ਗੱਲ ਆਪਣੇ ਸੇਵਕਾਂ ਤੋਂ ਸੁਣ ਕਰਕੇ ਤੇ ਉਹ ਸਾਧੂ ਫੇਰ ਪੁੱਛਣ ਲੱਗਾ, ਕਹਿੰਦਾ ਕਿ ਦੱਸੋ ਉਸ ਗੁਰੂ ਦੀ ਉਮਰ ਕਿੰਨੀ ਕੁ ਹੈ ਜਿਹੜਾ ਉਹ ਢਾਬ ਦੇ ਪਰਲੇ ਬੰਨੇ ਗੁਰੂ ਗੋਬਿੰਦ ਸਿੰਘ ਜੀ ਉਤਰੇ ਆ ਆਪਣੇ ਸੇਵਕਾਂ ਦੇ ਨਾਲ, ਸਿੰਘਾਂ ਦੇ ਨਾਲ। ਉਸ ਗੁਰੂ ਦੀ ਉਮਰ ਕਿੰਨੀ ਕੁ ਹੈ ਤੇ ਕਿੰਨੇ ਕੁ ਸਿੱਖ ਸੇਵਕ ਨਾਲ ਹਨ ਉਸ ਗੁਰੂ ਦੇ ਜੋ ਜੰਗ ਕਰਦਾ ਹੋਇਆ ਇੱਥੇ ਆਣ ਕਰਕੇ ਉਤਰਿਆ ਹੈ। ਉਸ ਵੇਲੇ ਜਦੋਂ ਇਹ ਵਿਚਾਰ ਚੱਲ ਰਹੀ ਸੀ ਨਾ ਉਸ ਸਾਧੂ ਦੀ, ਜੋਗੀ ਦੀ, ਆਪਣੇ ਚੇਲਿਆਂ ਦੇ ਨਾਲ, ਇੰਨੇ ਚਿਰ ਨੂੰ ਸਿੰਘ ਵੀ ਉਧਰ ਚਲੇ ਗਏ ਘਾਹ ਵੱਢਦੇ ਵੱਢਦੇ, ਲੱਕੜਾਂ ਕੱਟੀਆਂ ਕਰਦੇ। ਤਾਂ ਜਦੋਂ ਕੁਝ ਕੁ ਸਿੰਘ ਉਹਦੇ ਆਸ਼ਰਮ ਦੇ ਪਾਸ ਗਏ ਤੇ ਫਿਰ ਉਸਨੇ ਜਦੋਂ ਇਹ ਗੱਲ ਪੁੱਛੀ ਆਪਣੇ ਸੇਵਕਾਂ ਨੂੰ, ਤੇ ਸੇਵਕ ਉਹ ਸਿੰਘਾਂ ਨੂੰ ਵੇਖਿਆ ਤੇ ਸਿੰਘਾਂ ਨੂੰ ਪੁੱਛਣ ਲੱਗ ਪਏ ਕਿ ਭਾਈ ਤੁਹਾਡੇ ਗੁਰੂ ਸਾਹਿਬ ਦੀ ਕਿੰਨੀ ਕੁ ਉਮਰ ਹੈ।
ਜਦੋਂ ਪੁੱਛੀ ਹੈ ਤਾਂ ਸਿੰਘ ਦੱਸਣ ਲੱਗੇ। ਬਸ ਹੋਈ ਸਿੱਖੀ ਤੇ ਨਿਮਰ ਜੈ। ਸਿੰਘ ਕਹਿਣ ਲੱਗੇ ਉਸ ਸਾਧੂ ਨੂੰ ਤੇ ਉਹਦੇ ਚੇਲਿਆਂ ਨੂੰ ਕਿ ਸਾਡੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੋ ਸਰੀਰ ਕਾਰਬਲਾ ਹੈ ਨਾ, ਉਹ 30 ਸਾਲਾਂ ਤੋਂ ਉੱਪਰ ਹੈ, 30 ਸਾਲਾਂ ਤੋਂ ਉੱਤੇ ਹੈ, ਪਰ 40 ਤੋਂ ਥੱਲੇ ਹੈ। 30 ਤੋਂ ਉੱਪਰ ਹੈ ਤੇ 40 ਤੋਂ ਥੱਲੇ, ਕਿਉਂਕਿ ਸਾਧ ਸੰਗਤ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਰੀਰ ਕਾਰਬਲਾ ਸਾਰੀ ਪੌਣੇ 42 ਸਾਲ ਹੋਈ। ਪੌਣੇ 42 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਰੀਰ ਕਾਰਬਲਾ ਹੋਈ, ਪਰ ਪੌਣੇ 42 ਸਾਲਾਂ ਦੇ ਵਿੱਚ ਇੰਨਾ ਕੁਝ ਕਰ ਦਿੱਤਾ ਮਹਾਰਾਜ ਸਾਹਿਬ ਜੀ ਨੇ ਜਿਹੜਾ ਕੋਈ 42,000 ਸਾਲ ਵਿੱਚ ਵੀ ਨਹੀਂ ਕਰ ਸਕੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਿਮਾ। ਤੇ ਸਤਿਗੁਰੂ ਗਰੀਬ ਨਵਾਜ 7ਵੇਂ ਪਾਤਸ਼ਾਹ ਜੀ ਦਾ ਕੱਲ ਆਪਾਂ ਪ੍ਰਕਾਸ਼ ਦਿਹਾੜਾ ਮਨਾਇਆ ਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 31 ਸਾਲ ਤੇ 8 ਮਹੀਨੇ ਸਾਰੀ ਸਰੀਰ ਕਾਰਬਲਾ ਹੋਈ। 31 ਸਾਲ ਤੇ 8 ਮਹੀਨੇ ਤੇ ਕੁਝ ਦਿਨਾਂ ਦਾ ਵੇਰਵਾ ਨਾਲ ਤਾਂ ਸਿੰਘਾਂ ਨੇ ਦੱਸਿਆ ਜੀ ਸਾਡੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਰੀਰ ਕਾਰਬਲਾ 30 ਤੋਂ ਇਸ ਵੇਲੇ ਉੱਪਰ ਹੈ ਤੇ 40 ਸਾਲਾਂ ਤੋਂ ਥੱਲੇ ਹੈ। ਸਿੰਘਾਂ ਤੋਂ ਇਹ ਗੱਲ ਸੁਣ ਕਰਕੇ ਤੇ ਸਾਧ ਨੇ ਤਰਕ ਕੀਤੀ। ਤਰਕ ਕਰਦਿਆਂ ਕਹਿਣ ਲੱਗਾ ਇਸ ਗੁਰ ਤੇ ਹਮਨੇ ਕਿਆ ਲੈਣਾ। ਕਹਿੰਦਾ ਉਸ ਗੁਰੂ ਤੋਂ ਫਿਰ ਅਸੀਂ ਕੀ ਲੈਣਾ ਜਿਹਦੀ ਉਮਰ ਹੀ 40 ਸਾਲਾਂ ਤੋਂ ਥੱਲੇ ਹੈ, ਜੇ ਉਸ ਗੁਰੂ ਤੋਂ ਫਿਰ ਅਸੀਂ ਕੀ ਲੈਣਾ ਹੈ। ਸਭੀ ਸਾਧਨਾ ਹੋਣਾ ਕੋਈ। ਉਸ ਗੁਰੂ ਨੇ ਇੰਨੀ ਛੋਟੀ ਉਮਰ ਦੇ ਵਿੱਚ ਤਾਂ ਕੋਈ ਸਾਧਨਾ ਹੀ ਨਹੀਂ ਸਾਧੀ ਹੋਣੀ, ਕੋਈ ਜਪ, ਕੋਈ ਤਪ, ਕੋਈ ਸਰੀਰਕ ਸਾਧਨਾ ਨਹੀਂ ਇੰਨੀ ਉਮਰ ਦੇ ਵਿੱਚ ਕੀਤੀ ਹੋਣੀ। ਸਾਤ ਸਮੇਤ ਨਹੀਂ ਚਿਤ ਹੋਈ। ਤੇ ਜਿੰਨਾ ਚਿਰ ਸਾਧਨਾ ਨਹੀਂ ਸਾਧੇ ਤੇ ਫਿਰ ਚਿੱਤ ਨੇ ਵੀ ਸ਼ਾਂਤ ਕਿੱਥੇ ਹੋਏ ਹੋਣਾ। ਉਸ ਗੁਰੂ ਦਾ ਤੇ ਚਿੱਤ ਵੀ ਸ਼ਾਂਤ ਨਹੀਂ ਹੋਣਾ, ਕਿਉਂਕਿ ਇਹ 40 ਸਾਲਾਂ ਤੋਂ ਥੱਲੇ ਉਮਰ ਹੈ। ਕੋਈ ਨਹੀਂ ਕੀਤਾ ਹੋਣਾ ਜਪ ਤਪ, ਕੋਈ ਯੋਗਾ ਅਭਿਆਸ ਨਹੀਂ ਕੀਤਾ ਹੋਣਾ, ਕੋਈ ਹੋਰ ਸਾਧਨਾ ਨਹੀਂ ਸਾਧੀ ਹੋਣੀ ਧਰਮ ਦੇ। ਇਸ ਕਰਕੇ ਤੇ ਸਾਧਨਾ ਤੋਂ ਬਿਨਾਂ ਚਿੱਤ ਵੀ ਸ਼ਾਂਤ ਨਹੀਂ ਹੋਣਾ ਉਸ ਗੁਰੂ ਦਾ। ਉਹ ਸਿੰਘਾਂ ਨੇ ਉਹ ਸਾਧ ਦੀ ਕੀਤੀ ਹੋਈ, ਜੋਗੀ ਦੀ ਕੀਤੀ ਹੋਈ ਤਰਕ ਜਦੋਂ ਸੁਣੀ ਤੇ ਸੁਣ ਕੇ ਵਾਪਸ ਆ ਗਏ। ਤੇ ਗੁੱਸਾ ਵੀ ਆ ਰਿਹਾ ਸਿੰਘਾਂ ਨੂੰ ਕਿ ਸਾਧ ਨੇ ਸਾਡੇ ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਆਖਿਆ। ਉਹ ਤਰਕ ਜਿਹੜੀ ਉਹਨੇ ਕੀਤੀ ਨਾ, ਉਹ ਹਿਰਦੇ ਦੇ ਵਿੱਚ ਉਹ ਰੜਕਦੀ ਹੈ, ਕੜਕਦੀ ਹੈ ਤੇ ਖੁਣ ਸਿਖਾਉਂਦੇ ਹੋਏ ਗੁੱਸਾ ਜਿਹਾ ਹਿਰਦੇ ਵਿੱਚ ਆਉਂਦਾ ਹੈ ਤੇ ਵਾਪਸ ਆ ਗਏ। ਜਦੋਂ ਆ ਕੇ ਸਤਿਗੁਰੂ ਜੀ ਦੇ ਪਾਸ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲੇ ਸਿੰਘ। ਤੇ ਜੋ ਕੁਝ ਉਹ ਸਾਧ ਨੇ ਆਖਿਆ ਸੀ ਨਾ, ਉਹ ਸਾਰੀ ਗੱਲਬਾਤ ਸਿੰਘਾਂ ਨੇ ਦੱਸੀ। ਸਿੰਘਾਂ ਨੇ ਆਖਿਆ ਵੀ ਮਹਾਰਾਜ ਅਸੀਂ ਤਾਂ ਉਧਰ ਘਾਹ ਵੜਦੇ ਪਰਲੇ ਪਾਸੇ ਚਲੇ ਗਏ ਤੇ ਆਸ਼ਰਮ ਦਾ ਜੋਗੀ ਦਾ ਉਧਰ, ਕਿ ਉਹ ਆਪਣੇ ਚੇਲਿਆਂ ਨੂੰ ਇਸ ਤਰ੍ਹਾਂ ਪੁੱਛ ਰਿਹਾ ਸੀ। ਜਦੋਂ ਅਸੀਂ ਪਹੁੰਚੇ ਤੇ ਸਾਨੂੰ ਪੁੱਛ ਰਿਹਾ ਕਿ ਤੁਹਾਡੇ ਗੁਰੂ ਸਾਹਿਬ ਦੀ ਉਮਰ ਕਿੰਨੀ ਹੈ। ਤੇ ਅਸੀਂ ਦੱਸ ਦਿੱਤਾ 40 ਸਾਲਾਂ ਤੋਂ ਥੱਲੇ, 30 ਤੋਂ ਉੱਪਰ। ਕਿ ਉਹਨੇ ਇੰਝ ਆਖਿਆ ਵੀ ਉਸ ਗੁਰੂ ਤੋਂ ਮੈਂ ਕੀ ਲੈਣਾ, ਉਹਨੇ ਤਾਂ ਕੋਈ ਸਾਧਨਾ ਨਹੀਂ ਕੀਤੀ ਹੋਣੀ ਇੰਨੀ ਉਮਰ ਦੇ ਵਿੱਚ, ਚਿੱਤ ਸ਼ਾਂਤ ਨਹੀਂ ਹੋਣਾ। ਜਦੋਂ ਇਹ ਸਾਰੀ ਗੱਲ ਦੱਸੀ ਤੇ ਫਿਰ ਸੁਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਉਹ ਸਾਧੂ ਦੀ ਉਮਰ ਆਪਣੀ ਜੋ ਬਹੁਤੀ ਵੱਡੀ ਹੈ, ਕਿ ਉਹ ਸਾਧੂ ਦੀ ਸਰੀਰਕ ਉਮਰ ਵੱਡੀ ਹੈ। ਮਹਾਰਾਜ ਕਹਿੰਦੇ ਉਹ ਆਪਣੀ ਵੱਡੀ ਉਮਰ ਦਾ ਘਰ ਹੀ ਚੁੱਕੀ ਫਿਰਦਾ। ਸਾਧੂ ਦੀ ਉਮਰ ਬੜੀ ਵੱਡੀ ਹੈ, ਸਰੀਰ ਕਾਰਬਲਾ, ਤੇ ਉਹ ਵੱਡੀ ਉਮਰ ਦਾ ਗੁਮਾਨ ਹੈ ਉਸਦੇ ਮਨ ਦੇ ਵਿੱਚ। ਫਿਰ ਇੰਨੇ ਚਿਰ ਨੂੰ ਜਿਵੇਂ ਸਿੰਘ ਉਧਰ ਗਏ ਸੀ ਨਾ ਵਿਚਰਦੇ ਵਿਚਰਦੇ, ਉਹ ਜੋਗੀ ਦੇ ਸਾਧੂ ਦੇ ਚੇਲੇ ਵੀ ਆ ਗਏ ਇਧਰ ਨੂੰ, ਇਧਰਲੇ ਪਾਸੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ। ਤੇ ਮਹਾਰਾਜ ਸਾਹਿਬ ਜੀ ਦੇ ਵੀ ਦਰਸ਼ਨ ਕਰਾਂਗੇ ਇਸ ਥਾਂ ਤੇ ਆਏ ਜਦੋਂ। ਤਾਂ ਉਹਨਾਂ ਨੇ ਜਦੋਂ ਆ ਕਰਕੇ ਮਹਾਰਾਜ ਦੇ ਦਰਸ਼ਨ ਕੀਤੇ ਨਾ, ਉਹਦੇ ਚੇਲਿਆਂ, ਜੋਗੀ ਦੇ ਚੇਲਿਆਂ, ਤੇ ਸਿੰਘਾਂ ਨੇ ਬੇਨਤੀ ਕਰਕੇ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛਿਆ। ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਨੇ ਆਖਿਆ ਵੀ ਉਸ ਸਾਧ ਦੀ ਉਮਰ ਬੜੀ ਵੱਡੀ ਹੈ ਤੇ ਉਹਦਾ ਗੁਮਾਨ ਹੈ, ਉਸ ਨੂੰ ਤੇ ਤੁਸੀਂ ਕਿਰਪਾ ਕਰਕੇ ਦੱਸੋ ਮਾਲਕ ਜੀ
कि वो साधु की उम्र कितनी क वड्डी है, कितनी वड्डी उसकी उम्र है। जिस प्रकार गुमान को जिस अपनी वड्डी उम्र का वो साध बड़ा गुमान कर रहा है, जिसने तर्क करदे होया आप जी भी तर्क की है, इस तर्क वाले बोल कहे हैं। सतगुरु कह लगे उसकी उम्र है 5000 साल ते छेवियां उपर हैं, छेवियां 120 5120 साल मारे कहते साध की उम्र इन्ने साल 5120 साल इतनी उम्र मारे कहते उस साध की है, उस जोगी की है। सतगुरु कहते वो जोगा अभ्यासी आ, आपके स्वासां नूं रोक लैंदा दसम द्वार दे विच ते स्वासां नूं चढ़ा के दसम द्वार दे विच फिर समाधि ला के बैठदा है। ते कट्ठियां ना फिर कई साल लगा देंदा, इस तरह बैठ करके स्वासां नूं रोक करके समाधि में स्थित हो करके ते कई साल बतीत कर देता है। कदे कदे फिर समाधि दे विचों उठान हुंदा है, समाधि नूं त्यागदा है, फिर बोलदा भी है, फिर वेखदा भी है, फिर इधर उधर तुरदा फिरदा भी है। जो किते समाधि चों उठान हुंदा नहीं तो समाधि ला के बैठा रहिंदा है। ते महाराज कहते 5120 साल उस जोगी की उम्र है। जो जोगी के चेलिया ने गल सुनी ना महाराज के मुख तो, जो सिंघां नूं दस रहे थे ये गल सुन करके ते बड़े हैरान हो गए कि इस गुरु साहब जी ने साडे जोगी की साडे गुरु की उम्र दस दी। इत्थे बैठियां हले मत्थे नहीं लगे, वेखिया नहीं उन्होंने। ढाब के दूजे पासे वो आते दूजे पासे महाराज साहब आते, इत्थे ही सिंघां दे बेनती करन तो दस दिता भी उसकी 5120 साल उम्र है ते वड्डी उम्र का हंकार चुकी फिरदा है। अपने ते फिर वापस आ गए अपने गुरु उस साध दे कोले, जोगी दे कोले। फिर जाके हैरान होए बेनती करन अपने गुरु नूं करन लगे कि हे महंत जी, जो गुरु गोबिंद सिंह जी के सिंह आए सी ते आप जी की गल सुन के वापस गए। जो तुसीं आख्या सी ना कि उस गुरु की उम्र ही इतनी छोटी जी है, उस गुरु तो मैं की लेना, तो तुहाडी कही हुई गल उन्हां सिंघां ने जो अपने गुरु नूं जाके दसी, ते सिंघां दे गुरु ने फिर खुश हो करके अपने मुख तो वचन किया, नाले ते तुहाडी उम्र दसी है गुरु जी उन्हां कि 5120 साल उस जोगी की उम्र, ते नाले भी आख्या कि साध नूं अपनी उम्र का बड़ा हंकार, अपनी उम्र का ही हंकार चुकी फिरदा है। आख्या गुरु जी सिंघां ने जो गुरु साहब तो तुहाडी उम्र पुछी, वो सारी फिर तुहाडी उम्र गुरु जी ने उस वेले दस दी सिंघां नूं। ये कह दिता भी 5000 ते 6 होर 5120 साल। असीं भी उत्थे गुरु गोबिंद सिंह जी के सिंघां दे विच ही खलोते सन ते असीं भी गुरु जी के मुख तो ये गल सुन के आए हाँ। वो साध भी हैरान हो गए, चेले ते हैरान होए सी ये गल सुन के। साध आश्चर्यता ते सहित कहन लगा है इन्नी छोटी जी उम्र दे विच एडी वड्डी सोझी उस गुरु कि 40 सालों तो ले उम्र छोटी है ते सोझी इन्नी वड्डी, मेरी उम्र दस दी अंतरजाम सा दे नाम। हैरान होया जोगी। फिर जिंदियां नूं कहन लगा कि वो गुरु मरेला गुरु ते सकल कला समर्थ। चेला ने आख्या, चेलिया ने आख्या है ना कि वो गुरु उधरले पासे है जिन्हों मरेला गुरु आते। तो फिर कहन लगा कि वो गुरु ता सर्व कला समर्थ है, वो तो पूरा गुरु, उम्र भावें छोटी है पर पूरा गुरु सर्व कला समर्थ है।
फिर उस गुरु साहब के तो दर्शन करने चाहिए, उस पूरे गुरु के सुंदर दर्शन करने योग ਹਨ। फिर छेती नाल उठिया जोगी ते हाथ दे विच सोटी फड़ी, सोटी का आसरा लैके सोटी फड़ के छेती नाल उठिया है। हौली हौली अपने आचरण विचों चल पिया, ढाब के उत्तों दी हुण दूसरे पासे भी उस गुरु के दर्शन करके आवां। वड्डी उम्र वाला जोगी 5120 साल की उम्र वाला जोगी हाथ में सोटी फड़ के ते हौली हौली गुरु गोबिंद सिंह महाराज वाल नूं आ रहा है। शाम का समा से संध्या वेले का ते अगले पासे गुरु साहब जी का दीवान लगा होया। महाराज ने कभी सवेर का नितनेम नहीं त्यागया ते कभी शाम का नितनेम नहीं त्यागया। गरीब नवाज साहब जी ने सानू दसन वास्ते, संसार के लोगों को दसन वास्ते गुरु गोबिंद सिंह महाराज साहब के तो रोम रोम में बाणी बसती। और उस मौके ते शाम का संध्या वेले का दीवान लगा होया सी ते महाराज साहब की हाजरी दे विच सिंह रहरा साहब का पाठ कर रहे थे। उस वेले एक सिंह उच्ची उच्ची रहरा साहब का पाठ सुना रहा है। ये साध भी दीवान विच चले गया, पर एक खलोता रहा दीवान विच पहुंच के सतगुरु जी के सामने। श्री प्रभु जी ने धन गुरु गोबिंद सिंह महाराज ने जो वेख्या कि साध आ गया, इस साधु वाले वेख के फिर महाराज ने भजन किया। सतगुरु कहने लगे कि हे साधो बैठ जाओ, क्यों खलोते हो। सतगुरु कलगीधर पातशाह का वचन सुन करके फिर इस जोगी ने गुरु गोबिंद सिंह महाराज को मत्था टेकिया। मत्था टेकिया फिर पहला कहता सी भी 40 साल तो थले मैं की लेना, ते हुण 5120 साल वाले ने फिर मत्था टेकिया दशमेश पातशाह जी नूं। हुण जिथे सिंह बैठे सी चौंकड़ा ला के रहरा साहब जी का पाठ सुन रहे सन, उन्हां सिंघां दे विच ही बैठ गया जोगी ते बड़ा प्रेम धारण करके इन्हें भी रहरा साहब का पाठ सुनिया। फिर सारा पाठ हो रहा सी ते फिर सुनदा रहा रहरा साहब जी की बाणी प्रेम दे नाल। इस वेले रहरा साहब जी की समाप्ति हुई है, अरदास बेनती हुई है ते भोग पिया है, दीवान की समाप्ति हुई है। फिर इन्हें हथ जोड़े है साधु ने ते हाथ जोड़ के बेनती करन लगा। धन श्री गुरु गोबिंद सिंह महाराज नूं कहन लगा, रहरा साहब जी दे दीवान की समाप्ति तो बाद जो अरदास हो चुकी सी, भोग पै गया से, फिर इन्हें हाथ जोड़ के बेनती की कि सतगुरु जी मैनू भी अपने चरणा कमलों नाल ला लो, मैनू भी अपने चरणा कमलों नाल जोड़ दवो। महाराज मैं तुहाडा सिख बनने वास्ते आया, मैनू अपना सिख बना लो ते सिख बना करके अपना रूप मैनू समझा दिओ, बुझा दिओ। जिहड़ा आप जी का स्वरूप है, आप जी का निजी रूप है, वो मैनू बुझा देना करो। ये सतगुरु मैं आप जी के दर्शना तो बलिहार जाना, सदके जाना, बार ने बलिहार ने लख बरिया। बलिहारी बोले अपने दिहाड़ी सदवार, जिन मानस के देवते किए करत ना लागी। आख्या जी मैं आप जी के दर्शन तो बलिहार हाँ। महाराज आप सारिया कला करके समर्थ हो, सारिया शक्तियां करके समर्थ हो ते भारी गुणा वाले सतगुरु हो। मेरा सवेदा गुरु गोबिंद सिंह महाराज अपने मुखार में तो खुश हो करके कहन लगे, पंक्ति रह गई है तो आज्ञा के साधु जी तुसी ते अगे ही सिख हो। उन्हें बेनती की थी ना मैंने सिख बना लो, मारे कहते साधु जी तुसी तां अगे ही सिख हो।
ਤੇ ਤੁਸੀਂ ਤਾਂ ਕੇਵਲ ਮੁਕਤੀ ਦੇ ਸਾਧਨ ਬਹੁਤੇ ਸਾਧੇ ਹੋਏ ਹਨ। ਤੁਸੀਂ ਤਾਂ ਬਹੁਤ ਸਮਾਧੀਆਂ ਲਾ ਕੇ ਅਗਾਧ ਸਰੂਪ ਦੀ, ਡੂੰਘੇ ਸਰੂਪ ਦੀ ਆਰਾਧਨਾ ਕੀਤੀ ਹੈ। ਗਰੀਬ ਨਵਾਜ ਕਹਿਣ ਲੱਗੇ, ਸਾਧੂ ਜੀ ਹੁਣ ਤੁਸੀਂ ਅਕਾਲ ਪੁਰਖ ਨੂੰ ਮੱਥਾ ਟੇਕੋ, ਅਕਾਲ ਪੁਰਖ ਨੂੰ ਵੰਦਨਾ ਕਰੋ। ਤੇ ਜਦੋਂ ਵੰਦਨਾ ਕਰੋਗੇ ਨਾ, ਤੁਸੀਂ ਮੱਥਾ ਟੇਕੋਗੇ, ਹਿਰਦੇ ਝੁਕ ਕੇ ਨਮਸਕਾਰ ਕਰੋਗੇ ਅਕਾਲ ਪੁਰਖ ਵਾਹਿਗੁਰੂ ਅੱਗੇ, ਤੁਹਾਡੇ ਬੰਧਨ ਕੱਟੇ ਜਾਣਗੇ, ਤੁਹਾਨੂੰ ਮੁਕਤੀ ਮਿਲ ਜਾਵੇ। ਜਿਸ ਬੰਧਨ ਕੱਟਣ ਵਾਸਤੇ ਇੰਨਾ ਲੰਮਾ ਯੋਗਾ ਅਭਿਆਸ ਕੀਤਾ, ਇਹਨਾਂ ਸਮਾਧੀਆਂ ਲਾਈਆਂ ਤੇ ਸਵਾਸਾਂ ਨੂੰ ਵੀ ਰੋਕਿਆ, ਇੰਨੀ ਜਪ ਤਪ ਕੀਤਾ, ਸਤਿਗੁਰੂ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰੋ ਤੇ ਤੁਹਾਡੇ ਬੰਧਨ ਕੱਟੇ ਜਾਣਗੇ। ਜਦੋਂ ਇਸਦਾ ਮਹਾਰਾਜ ਨੇ ਕਿਹਾ ਤੇ ਫਿਰ ਉਸ ਜੋਗੀ ਨੇ ਨਮਸਕਾਰ ਕੀਤੀ ਹੱਥ ਜੋੜ ਕੇ, ਤੇ ਮਹਾਰਾਜ ਨੇ ਆਪਣੀ ਕਿਰਪਾ ਦੀ ਦ੍ਰਿਸ਼ਟੀ ਨਾਲ ਤੱਕਿਆ ਜੋਗੀ ਵੱਲੇ, ਫਿਰ ਆਪਣੀ ਮਿਹਰ ਦ੍ਰਿਸ਼ਟੀ ਦੇ ਨਾਲ ਮਿਹਰ ਕਰ ਦਿੱਤੀ ਜੋਗੀ ਦੇ ਉੱਤੇ। ਤਾਂ ਹਿਰਦੇ ਵਿੱਚ ਉਸੇ ਵੇਲੇ ਪ੍ਰਕਾਸ਼ ਹੋ ਗਿਆ ਜੋਗੀ, ਹਿਰਦੇ ਦੇ ਵਿੱਚ ਉਸੇ ਵੇਲੇ ਪ੍ਰਕਾਸ਼ ਹੋ ਗਿਆ। ਇਹ ਤਾਂ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਹੀ ਹੈ ਨਾ ਸਾਧ ਸੰਗਤ। ਮਹਾਰਾਜ ਸਾਹਿਬ ਦ੍ਰਿਸ਼ਟੀ ਕਰਨ ਤੇ ਉਸੇ ਵੇਲੇ ਹੀ ਆਪਣੇ ਸੇਵਕਾਂ ਦਾ, ਆਪਣੇ ਸਿੱਖਾਂ ਦਾ ਸਤਿਗੁਰੂ ਜੀ ਕਲਿਆਣ ਕਰ ਦਿੰਦੇ ਆ, ਬੰਧਨ ਕੱਟ ਦਿੰਦੇ, ਉਸੇ ਵੇਲੇ ਹੀ ਪ੍ਰਕਾਸ਼ ਕਰ ਦਿੰਦੇ। ਕਿਰਪਾ ਕਟਾ ਕੇ ਅਵਲੋਕਨ ਕੀਨੋ, ਦਾਸ ਦਾ ਦੁੱਖ ਵਿਦਾਰੇ। ਤਾਂ ਮਹਾਰਾਜ ਨੇ ਜਿਸ ਵੇਲੇ ਮਿਹਰ ਦੀ ਦ੍ਰਿਸ਼ਟੀ ਨਾਲ ਤੱਕਿਆ ਤੇ ਹਿਰਦੇ ਵਿੱਚ ਚਾਨਣਾ ਹੋ ਗਿਆ ਜੋਗੀ ਦੇ। ਹੁਣ ਵਾਰ-ਵਾਰ ਹੱਥ ਜੋੜ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰਦਾ ਹੈ। ਤਾਂ ਫਿਰ ਗੁਰੂ ਸਾਹਿਬ ਜੀ ਦੀ ਮਹਿਮਾ ਜਾਣ ਕੇ ਨਾ ਹਿਰਦੇ ਦੇ ਵਿੱਚ ਆਨੰਦ ਦੇ ਸਹਿਤ ਹੋਇਆ ਕਿ ਏਡੀ ਵੱਡੀ ਬਰਕਤ ਦੇ ਮਾਲਕ ਕਿ ਮਹਾਰਾਜ ਨੇ ਦ੍ਰਿਸ਼ਟੀ ਪਾਈ ਹੈ ਤੇ ਐ ਨੂਰੋ ਨੂਰ ਕਰ ਦਿੱਤਾ, ਹਿਰਦਾ ਪ੍ਰਕਾਸ਼ ਨਾਲ ਭਰ ਦਿੱਤਾ। ਜਿਹੜਾ ਖਾਲੀ ਸੀ ਪਹਿਲਾਂ, ਆਰਾਧਨਾ ਤੇ ਬੜੀ ਕੀਤੀ ਸੀ, ਪਰ ਉਹਦਾ ਫਲ ਹੁਣ ਮਿਲਿਆ। ਉਹ ਜਿੰਨਾ ਜਪ ਤਪ ਕੀਤਾ ਸੀ, ਗੁਰੂ ਸਾਹਿਬ ਦੇ ਦਰਸ਼ਨਾਂ ਕਰਕੇ, ਗੁਰੂ ਦੀ ਕਿਰਪਾ ਦੇ ਨਾਲ ਉਹ ਫਲ ਮਿਲਿਆ ਸਾਰਾ। ਰਹਿਮਤਾਂ ਵਰਤਾ ਦਿੱਤੀ। ਮਹਾਰਾਜ ਦੀ ਦ੍ਰਿਸ਼ਟੀ ਦੇ ਵਿੱਚ ਹੀ ਕਿੰਨੀ ਵੱਡੀ ਤਾਕਤ ਹੈ, ਮਿਹਰ ਦ੍ਰਿਸ਼ਟੀ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਮਹਿਮਾ ਜਾਣ ਕੇ ਹੁਣ ਵਾਰ-ਵਾਰ ਨਮਸਕਾਰਾਂ ਕਰਦਾ ਹੈ ਤੇ ਹਿਰਦੇ ਦੇ ਵਿੱਚ ਆਨੰਦ ਪੈਦਾ ਹੋ ਗਿਆ। ਹੁਣ ਸ਼ਰਧਾ ਬਹੁਤੀ ਵੱਧ ਗਈ ਹੈ ਸਾਧ ਦੇ ਹਿਰਦੇ ਵਿੱਚ, ਤੇ ਸ਼ਰਧਾ ਦੇ ਸਹਿਤ ਕਹਿਣ ਲੱਗਾ, ਇਹਦਾ ਮਹਾਰਾਜ ਤੁਹਾਡੀ ਉਮਰ ਤਾਂ ਛੋਟੀ ਹੈ, ਪਰ ਇੰਨੀ ਵੱਡੀ ਸੋਝੀ। ਮਹਾਰਾਜ ਇੰਨੀ ਕੁ ਉਮਰ ਦੇ ਵਿੱਚ ਏਡੀ ਵੱਡੀ ਸੋਝੀ ਕਿਵੇਂ ਹੈ? ਇਹ ਸ਼ਰਧਾ ਨਾਲ ਇਹਨੇ ਬੇਨਤੀ ਕੀਤੀ, ਕਿਉਂਕਿ ਜਦੋਂ ਕੋਈ ਤਰਕ ਨਾਲ ਕਰੇ ਤੇ ਹੰਕਾਰ ਨਾਲ ਕਰੇ ਫਿਰ ਤਾਂ ਸਤਿਗੁਰੂ ਵੀ ਕੁਝ ਨਹੀਂ ਦੱਸਦੇ, ਤੇ ਜਦੋਂ ਕੋਈ ਪ੍ਰੇਮ ਨਾਲ ਤੇ ਸ਼ਰਧਾ ਨਾਲ ਬੇਨਤੀ ਕਰੇ ਫਿਰ ਸਾਰੇ ਭੇਦ ਦੱਸ ਦਿੰਦੇ ਮਹਾਰਾਜ। ਇਹਨੇ ਹੁਣ ਸ਼ਰਧਾ ਦੇ ਨਾਲ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਤੇ ਏਡੀ ਵੱਡੀ ਸੋਝੀ। ਤੇ ਬੇਨਤੀ ਇਸ ਦੀ ਸੁਣ ਕਰਕੇ ਫਿਰ ਸ੍ਰੀ ਸਤਿਗੁਰੂ ਜੀ ਨੇ ਬਚਨ ਕੀਤਾ, ਮਹਾਰਾਜ ਕਹਿੰਦੇ ਸਾਧੂ ਜੀ, ਜੋਗੀ ਤੁਸੀਂ ਤੇ ਆਪਣਾ ਜਿਹੜਾ ਗੋਦੜਾ ਇਹ ਪੁਰਾਣਾ ਹੀ ਰੱਖਿਆ ਹੋਇਆ। ਗੋਦੜਾ ਜਿਹੜੀ ਗੋਦੜੀ ਵੀ ਆ ਸਰੀਰ ਜਿਹੜਾ ਇਹ ਪੁਰਾਣਾ ਹੀ ਰੱਖਿਆ ਹੋਇਆ, ਤੁਸੀਂ ਆਪਣਾ ਚੋਲਾ ਪੁਰਾਣਾ ਹੀ ਰੱਖਿਆ ਹੈ। ਤੇ ਜਿਸ ਦੇ ਹੱਥ ਵਿੱਚ ਨਵੀਂ ਪੁਸ਼ਾਕ ਆ ਜਾਵੇ ਤੇ ਜਿੱਥੋਂ ਨਵਾਂ ਚੋਲਾ ਮਿਲ ਜਾਵੇ ਉਹ ਫਿਰ ਨਵਾਂ ਚੋਲਾ ਪਾ ਲੈਂਦਾ, ਉਹਨੇ ਪਾਣੇ ਤੋਂ ਕੀ ਕਰਨਾ। ਉਹ ਫਿਰ ਨਵੀਂ ਪੁਸ਼ਾਕ ਪਹਿਨ ਕੇ ਤੇ ਸੱਜ ਜਾਂਦਾ ਹੈ। ਅੰਗ ਸੁਹਾਵੇ ਉਹਦੇ ਅੰਗ ਸੋਹਣੇ ਹੁੰਦੇ। ਕਹਿਣ ਤੋਂ ਭਾਵ ਗੁਰੂ ਸਾਹਿਬ ਕਹਿੰਦੇ, ਹੇ ਜੋਗੀ ਤੁਸੀਂ ਆਪਣਾ ਸਰੀਰ ਪੁਰਾਣਾ ਹੀ ਚੋਲਾ ਰੱਖਿਆ ਹੋਇਆ ਹੈ ਤੇ ਅਸੀਂ ਤੇ ਪੁਸ਼ਾਕਾਂ ਕਈ ਬਦਲ ਲਈਆਂ ਵੀ ਸਾਡੀ ਤੇ 10ਵੀਂ ਪੁਸ਼ਾਕ ਹੈ ਹੁਣ ਦੇ ਸਮੇਂ ਦੀ। ਜੋ ਮਹਾਰਾਜ ਨੇ 239 ਸਾਲ ਦੇ ਵਿੱਚ 10 ਜਾਮੇ ਧਾਰਨ ਕੀਤੇ,
1469 ਈਸਵੀ ਸੰਨ ਤੋਂ ਲੈ ਕੇ 1708 ਤੱਕ ਮਹਾਰਾਜ ਨੇ 10 ਜਾਮੇ ਧਾਰਨ ਕੀਤੇ, 10 ਚੋਲੇ ਬਦਲੇ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਦਸਮ ਪਾਤਸ਼ਾਹ ਜੀ ਸਤਿਗੁਰੂ ਕਹਿੰਦੇ ਤੁਸੀਂ ਪੁਰਾਣਾ ਹੀ ਉਹ ਗੋਦੜਾ ਪਾਟਾ ਪੁਰਾਣਾ ਜਿਹਾ ਚੁੱਕੀ ਫਿਰਦੇ ਜੇ, ਤੇ ਅਸੀਂ ਪੁਸ਼ਾਕਾਂ ਨਵੀਆਂ ਪਹਿਨ ਲਈਆਂ, ਅਸੀਂ ਕਈ ਬਦਲ ਲਈਆਂ। ਜੋ ਦਿਵਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ। ਕਾਇਆ ਨੂੰ ਚੋਲਾ ਆਖਿਆ, ਸਰੀਰ ਰੂਪੀ ਚੋਲਾ, ਜਿਹੜਾ ਸਰੀਰ ਰੂਪੀ ਗੋਦੜਾ ਹੈ, ਮਹਾਰਾਜ ਕਹਿੰਦੇ ਤੁਸੀਂ ਪੁਰਾਣਾ ਹੀ ਰੱਖਿਆ ਹੋਇਆ ਤੇ ਸਾਨੂੰ ਨਵਾਂ ਦਿੱਤਾ ਹੈ ਵਾਹਿਗੁਰੂ ਜੀ ਨੇ। ਬੰਧਨ ਕਰਤ ਸਾਧ ਫਿਰ ਭਇਓ। ਤੇ ਫਿਰ ਬੰਦਰਾ ਫਿਰ ਮੱਥਾ ਟੇਕਿਆ ਸਾਧ, ਮੱਥਾ ਟੇਕ ਕਰਕੇ ਫਿਰ ਸਥਿਤ ਹੋਇਆ। ਤਬ ਸੰਗਨ ਜਾਨ ਪੂਜਨ ਕਰਿਓ। ਜਦੋਂ ਮੱਥਾ ਟੇਕ ਕੇ ਫਿਰ ਪਿੱਛੇ ਹਟ ਕੇ ਬੈਠ ਗਿਆ ਨਾ ਦੀਵਾਨ ਵਿੱਚ ਸਾਧੂ, ਫਿਰ ਸਮੂਹ ਜਿੰਨੇ ਸਿੰਘ ਸੀ ਉਹ ਇਸ ਸਾਧ ਦੇ ਆਲੇ ਦੁਆਲੇ ਇਕੱਠੇ ਹੋ ਗਏ ਕਿ ਹੁਣ ਗੱਲਾਂ ਬਾਤਾਂ ਕਰੀਏ ਸਾਧੂ ਨਾਲ। ਬੜੀ ਪੁਰਾਣੀ ਉਮਰ ਹੈ, 5120 ਸਾਲ ਦੀ ਆ, ਤੇ ਹੁਣ ਪਿਛਲੀਆਂ ਇਹਦੇ ਤੋਂ ਸੁਣੀਏ ਕੋਈ ਗੱਲਾਂ ਬਾਤਾਂ। ਤਾਂ ਸਿੰਘ ਫਿਰ ਸਾਰੇ ਆਲੇ ਦੁਆਲੇ ਨੇੜੇ ਹੋ ਕੇ ਬੈਠ ਗਏ, ਸਿੰਘਾਂ ਦਾ ਸਾਰਾ ਜਥਾ। ਅਮਰੀ ਬੈਠਨ ਸਮਝ ਨਹੀਂ। ਸਿੰਘ ਕਹਿਣ ਲੱਗੇ ਸਾਰੀ ਵਾਰੋ ਵਾਰੀ, ਕਹਿਣ ਲੱਗੇ ਸਾਧੂ ਜੀ ਤੁਹਾਡੀ ਉਮਰ ਦੇ ਵਿੱਚ ਤਾਂ ਬੜੇ ਸਮੇਂ ਬੀਤੇ ਆ, ਬਹੁਤ ਕੁਝ ਬੀਤਿਆ ਹੋਵੇਗਾ ਤੁਹਾਡੀ ਉਮਰ ਦੇ ਵਿੱਚ, ਕਿਉਂਕਿ ਤੁਹਾਡੀ ਉਮਰ ਬੜੀ ਪੁਰਾਣੀ ਹੈ, ਬੜੀ ਲੰਮੀ ਹੈ, ਤੇ ਇੰਨੇ ਸਮੇਂ ਦੇ ਵਿੱਚ ਫਿਰ ਕਈ ਤਰ੍ਹਾਂ ਦੇ ਵਰਤਾਰੇ ਸੰਸਾਰ 'ਚ ਵਰਤੇ ਹੋਣਗੇ। ਤੁਸੀਂ ਕੀ ਕੀ ਵੇਖਿਆ ਇੰਨੀ ਉਮਰ ਦੇ ਵਿੱਚ, ਸਾਨੂੰ ਵੀ ਦੱਸੋ ਕੋਈ ਨਾ ਕੋਈ, ਕਿ ਇੰਨੀ ਉਮਰ ਦੇ ਵਿੱਚ 5000 ਸਾਲ ਦੇ ਵਿੱਚ ਕੀ ਵੇਖਿਆ ਤੁਸੀਂ, ਉਹ ਕੁਝ ਨਾ ਕੁਝ ਸਾਨੂੰ ਵੀ ਦੱਸੋ। ਇੱਕ ਬਰਤੰਤ ਤਬ ਸਾਧੂ ਸੁਣਾਇਓ। ਫਿਰ ਸਾਧੂ ਨੇ ਸਿੰਘਾਂ ਨੂੰ ਇੱਕ ਬਰਤੰਤ ਸੁਣਾਇਆ। ਉਹ ਸਾਧੂ ਕਹਿਣ ਲੱਗਾ ਸੁਣੋ ਸਮਾਂ ਜੈਸੇ ਦਰਸਲ। ਗੁਰੂ ਦੇ ਸਿੰਘੋ ਸੁਣੋ, ਜਿਵੇਂ ਦਾ ਸਮਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵੇਖਿਆ ਹੈ। ਬਾਸਰੇ ਸਮਾਰ ਹੋਈ। ਇੱਕ ਵਾਰੀ ਮੈਂ ਸਮਾਧੀ ਲਾ ਕੇ ਬੈਠਾ ਸਾਂ, ਤੇ ਇੱਕ ਦਿਨ ਜਦੋਂ ਫਿਰ ਮੈਂ ਸਮਾਧੀ ਤੋਂ ਉੱਠਿਆ, ਮੈਂ ਸਮਾਧੀ ਖੋਲੀ ਨਹੀਂ ਤੇ ਮੈਂ ਵੇਖਿਆ ਕਿ ਕੋਈ ਪੁਰਸ਼ ਕੋਈ ਇਸਤਰੀ ਦਿਸਦਾ ਹੀ ਨਹੀਂ, ਕੋਈ ਮਾਈ ਭਾਈ ਮਰਦ ਇਸਤਰੀ ਮੈਨੂੰ ਨਾ ਦਿਸਿਆ। ਇੱਕ ਦੋਏ ਮੈਂ ਜਮ। ਤੇ ਫਿਰ ਮੈਂ 1-2 ਮੰਜ਼ਲਾਂ ਸਫ਼ਰ ਤੈਅ ਕੀਤਾ ਤੇ ਮੈਨੂੰ ਇੰਨੇ ਅਰਸੇ ਦੇ ਵਿੱਚ ਕੁਝ ਨਾ ਦਿਸਿਆ। ਮੰਜ਼ਲ ਕਹਿੰਦੀ ਹੈ 12 ਕੋਹ ਦੀ, 12 ਤੇ 12 24 ਕੋਹ ਦਾ ਪੈਂਡਾ ਵੀ ਮੈਂ ਤੈਅ ਕੀਤਾ। ਵੀ ਇੰਨਾ ਕਿ ਜਦੋਂ ਮੈਂ ਤੁਰ ਕੇ ਗਿਆ ਤੇ ਕੋਈ ਫਿਰ ਇੱਕ ਮਨੁੱਖ ਮੈਨੂੰ, ਕੋਈ ਵਿਰਲਾ ਮਨੁੱਖ ਮੈਨੂੰ ਉਸ ਵੇਲੇ ਦਿਸਿਆ। ਤੇ ਉਸ ਮਨੁੱਖ ਦੇ ਪਾਸ ਮੈਂ ਫਿਰ ਗੱਲ ਕੀਤੀ, ਪੁੱਛਣ ਲੱਗਾ ਇਹ ਧਰਤੀ ਤੇ ਕੀ ਹੋਇਆ, ਕੋਈ ਆਦਮੀ ਨਹੀਂ ਦਿਸ ਰਿਹਾ ਹੈ। ਤਾਂ ਉਸਨੇ ਦੱਸਿਆ ਵੀ ਇਹ ਇਸ ਸਮੇਂ ਦੇ ਉੱਤੇ ਕਾਲ ਪੈ ਗਿਆ ਹੈ, ਕਾਲ ਪੈ ਗਿਆ, ਤੇ ਦੁਰਭੇਸ਼ ਦੇ ਹੋਣ ਕਰਕੇ, ਕਾਲ ਪੈਣ ਕਰਕੇ ਬਹੁਤੇ ਜਿਹੜੇ ਲੋਕ ਇੱਥੇ ਮਰ ਮੁੱਕ ਗਏ ਹਨ। ਹੁਣ ਇਸ ਥਾਂ ਤੇ ਕੋਈ ਕੋਈ ਰਹਿੰਦਾ ਹੈ, ਬਹੁਤੇ ਮਾਰੇ ਗਏ ਜਾਂ ਦੂਰ ਚਲੇ ਗਏ ਹਨ। ਤਾਂ ਉਸਨੇ ਦੱਸਿਆ, ਉਸ ਮਨੁੱਖ ਨੇ ਵੀ 12 ਸਾਲ ਹੋ ਗਏ ਆ ਇਸ ਥਾਂ ਦੇ ਉੱਤੇ ਕਾਲ ਪਏ ਹੋਏ, ਉਸ ਇਲਾਕੇ ਦੇ ਵਿੱਚ, ਮਾਲਵੇ ਇਲਾਕੇ ਦੇ ਵਿੱਚ। ਵੀ ਉਸ ਜੋਗੀ ਨੂੰ ਉਹ ਆਦਮੀ ਨੇ ਦੱਸਿਆ ਵੀ 12 ਸਾਲ ਹੋ ਗਏ ਇੱਥੇ ਕਾਲ ਪਏ ਨੂੰ। ਕਾਲ ਪਏ ਦਾ ਭਾਵ ਕੋਈ ਖਾਣ ਪੀਣ ਵਾਸਤੇ ਨਹੀਂ ਮਿਲਦਾ, ਸਭ ਕੁਝ ਸਮਾਪਤ। ਤੇ ਇਸ ਤਰ੍ਹਾਂ ਦੇ ਵਰਤਾਰੇ ਇਸ ਧਰਤੀ ਤੇ ਕਈ ਵਾਰੀ ਵਰਤੇ ਹਨ, ਕਈ ਵਾਰੀ ਵਰਤੇ, ਤੇ ਵਰਤਦੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆ। ਜਿਸ ਵੇਲੇ ਸੰਸਾਰ ਦੇ ਉੱਤੇ, ਕਿਉਂਕਿ ਉਹਦੇ ਹੁਕਮ 'ਚ ਹੀ ਸਾਰੀ ਖੇਡ ਚੱਲਦੀ ਹੈ, ਸੰਸਾਰ ਦੇ ਲੋਕਾਂ ਨੂੰ ਪਰਮੇਸ਼ਰ ਖੁੱਲ੍ਹ ਵੀ ਦਿੰਦਾ, ਸਾਨੂੰ ਅਕਲ ਦੇ ਕੇ ਤੇ ਉਹਨੇ ਖੁੱਲ੍ਹ ਵੀ ਦਿੱਤੀ ਹੋਈ। ਜਿਵੇਂ ਪਸ਼ੂ ਦੇ ਨੱਕ ਦੇ ਵਿੱਚ ਨੱਥ ਮਾਰੀ ਹੁੰਦੀ ਹੈ, ਨੱਥ ਮਾਰ ਕੇ ਤੇ ਉਹਨੂੰ ਸਾਂਭਣ ਵਾਲਾ, ਰੱਖਣ ਵਾਲਾ ਉਹਨੂੰ ਕਿੱਲੇ ਨਾਲ ਬੰਨ੍ਹ ਕੇ ਤੇ ਉਹਦਾ ਰੱਸਾ ਖੁੱਲ੍ਹਾ ਵੀ ਛੱਡ ਦਿੰਦਾ। ਕਈ ਵਾਰੀ ਲਾ ਕੇ ਬੰਨ੍ਹ ਦਿੱਤਾ ਜਾਂਦਾ ਨਾ, ਵੀ ਉਹ ਤੋਂ ਦੂਰ ਦੀ ਚੱਲ ਲਵੇ ਜਿੱਥੋਂ ਦੀ ਘਾਹ।
ਉਹ ਲਾ ਕੇ ਜਦੋਂ ਛੱਡਿਆ ਜਾਂਦਾ ਚੱਲ ਵੀ ਉੱਥੋਂ ਦੀ ਨੱਥ ਤਾਂ ਮਾਰੀ ਹੋਈ ਪਰਮੇਸ਼ਰ ਨੇ ਸਾਡੇ ਸਾਰਿਆਂ ਦੇ, ਕਿੱਲੇ ਨਾਲ ਬੰਨਿਆ ਵੀ ਨਹੀਂ ਹੋਇਆ, ਪਰ ਉਹਨੇ ਢਿੱਲ ਵੀ ਦਿੱਤੀ ਥੋੜੀ ਜਿਹੀ, ਇੱਕ ਹੱਥ ਖੁੱਲੇ ਵੀ ਤੁਰ ਫਿਰ ਲਓ। ਇਹ ਅਕਲ ਵਾਹਿਗੁਰੂ ਨੇ ਦਿੱਤੀ ਹੈ ਵੀ ਇਹਨੂੰ ਵਰਤ ਕੇ ਤੁਸੀਂ ਸੰਗਤ ਵਿੱਚ ਵੀ ਆ ਸਕਦੇ ਜੀ, ਅੰਮ੍ਰਿਤ ਵੀ ਪੀ ਸਕਦੇ ਹੋ, ਤੇ ਅੰਮ੍ਰਿਤ ਛੱਡ ਕੇ ਕੋਈ ਸ਼ਰਾਬ ਵਾਲੇ ਬੰਨੇ ਵੀ ਜਾ ਸਕਦਾ। ਹੁਣ ਇਹ ਸੋਚਣ ਵਾਲੇ ਦੇ ਆ ਕਿ ਉਹਨੇ ਇਧਰਲੇ ਪਾਸੇ ਆਉਣਾ ਅੰਮ੍ਰਿਤ ਪੀਣ ਵਾਲੇ ਪਾਸੇ, ਤੇ ਪਰਾਂ ਨੂੰ ਜਾਣਾ। ਇੰਨੀ ਕੁ ਖੁੱਲ ਦਿੱਤੀ ਵਾਹਿਗੁਰੂ ਨੇ, ਖੁੱਲ ਦਿੱਤੀ। ਜਨਮ ਆਪਣੇ ਹੱਥ ਵਿੱਚ ਰੱਖਿਆ, ਮਰਨ ਆਪਣੇ ਹੱਥ ਵਿੱਚ ਰੱਖਿਆ, ਤੇ ਵਿਚਕਾਰਲਾ ਜੀਵਨ ਥੋੜਾ ਜਿਹਾ ਉਹਨੇ ਖੁੱਲਾ ਵੀ ਛੱਡਿਆ ਵੀ ਆਹ ਤੈਨੂੰ ਖੁੱਲਾ ਦਿੱਤਾ ਵਾ, ਇਹਦੇ ਵਿੱਚ ਤੂੰ ਐ ਨੂੰ ਵੀ ਆ ਸਕਦਾ ਤੇ ਆਉਣ ਵੀ ਜਾ ਸਕਦਾ। ਵੀ ਇਧਰਲੇ ਪਾਸੇ ਆ ਕੇ ਗੁਰਬਾਣੀ ਸੁਣ ਕੇ, ਕੀਰਤਨ ਸੁਣ ਕੇ, ਗੁਰੂ ਦਾ ਇਤਿਹਾਸ ਸੁਣ ਕੇ ਤੇ ਚੰਗੇ ਕੰਮ ਵੀ ਕਰ ਸਕਦਾ, ਤੇ ਇਹ ਗੁਰੂ ਕੀ ਸੰਗਤ ਛੱਡ ਕੇ ਕੁਸੰਗਤ ਵਿੱਚ ਜਾ ਕੇ ਬੁਰੇ ਪਾਸੇ ਵੀ ਜਾ ਸਕਦਾ। ਥੋੜੀ ਜਿਹੀ ਖੁੱਲ ਵੀ ਦਿੱਤੀ ਹੈ। ਤਾਂ ਇਸ ਤਰੀਕੇ ਦੇ ਨਾਲ ਉਹ ਪਰਮੇਸ਼ਰ ਵਾਹਿਗੁਰੂ ਜਦੋਂ ਖੁੱਲ ਦਿੱਤੀ ਹੈ, ਤੇ ਇਨਸਾਨ ਸੰਗਤ ਵਾਲਾ ਪਾਸਾ ਛੱਡ ਕੇ ਕੁਸੰਗਤ ਵੱਲੇ ਜਾਂਦੇ ਆ, ਅੰਮ੍ਰਿਤ ਵਾਲਾ ਪਾਸਾ ਛੱਡ ਕੇ ਤੇ ਜ਼ਹਿਰ ਵਾਲੇ ਪਾਸੇ ਜਾਂਦੇ ਆ। ਜਿਸ ਨੂੰ ਬਾਣੀ ਚਾਖਿਆ ਅੰਮ੍ਰਿਤ ਕੌਰਾ, ਵਿਖਿਆ ਮੀਠੇ, ਸਾਖਤ ਕੀ ਵਿਦ ਨੈਣੋ ਡੀਠੀ। ਸਾਖਤ ਬਣ ਜਾਂਦਾ ਹੈ ਜਿਸ ਵੇਲੇ, ਨਿਸ਼ੁਕਰਾ ਹੋ ਜਾਂਦਾ, ਵਾਹਿਗੁਰੂ ਦੀਆਂ ਦਾਤਾਂ ਨੂੰ ਭੁਲਾ ਦਿੰਦਾ ਹੈ, ਪਰਉਪਕਾਰਾਂ ਨੂੰ ਭੁਲਾ ਦਿੰਦਾ ਹੈ, ਤੇ ਫਿਰ ਪਰਮੇਸ਼ਰ ਕਦੇ ਕਦਾਈ ਆਪਣਾ ਜਲਵਾ ਵਿਖਾ ਦਿੰਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਭਾਵੇਂ ਉਹ ਪਾਣੀ ਦੀ ਪਰਲੋ ਕਰ ਦੇਣ, ਭਾਵੇਂ ਅੱਗ ਦੀ ਪਰਲੋ ਕਰ ਦੇਣ, ਭਾਵੇਂ ਉਹ ਕੋਈ ਬਿਮਾਰੀ ਫੈਲਾ ਦੇਣ, ਤੇ ਫਿਰ ਸੰਸਾਰ ਦੇ ਜੀਵਾਂ ਨੂੰ ਉਹ ਕੀਤੀ ਦਾ ਫਲ ਭੋਗਣਾ ਪੈਂਦਾ ਹੈ। ਆਪੇ ਬੀਜ ਆਪੇ ਹੀ ਖਾਵੋ, ਨਾਨਕ ਹੁਕਮੀ ਆਵੋ ਜਾ। ਤੋ ਇਸ ਤਰੀਕੇ ਦੇ ਨਾਲ ਉਹਨੇ ਆਖਿਆ ਵੀ ਮੈਂ ਉਸ ਆਦਮੀ ਤੋਂ ਪੁੱਛਿਆ, ਤੇ ਉਹਨੇ ਦੱਸਿਆ ਵੀ 12 ਸਾਲ ਹੋ ਗਏ ਕਾਲ ਪਏ ਦੁਰਭੇਸ਼, ਇਸ ਕਰਕੇ ਬਹੁਤੇ ਲੋਕ ਮਾਰੇ ਗਏ ਆ, ਤੇ ਕੋ ਰਹੇ ਕਿਸੂ ਫਲ ਬਣੇ। ਕੋਈ ਕੋਈ ਕਿਸੇ ਥਾਂ ਤੇ ਵਿਰਲਾ ਵਾਂਝਾ ਰਹਿੰਦਾ ਹੈ। 12 ਸਾਲ ਬਹੁਤ ਵੱਡਾ ਕਾਲ ਪਿਆ ਹੈ। ਦੁਆਦਸ ਸੰਮਤ ਪਰਿਉਪਸਾਰ, ਇਸ ਤਰ੍ਹਾਂ ਬਹੁਤ ਵੱਡਾ 12 ਸਾਲ ਇੱਥੇ ਦੁਰਭੇਸ਼ ਹੋਇਆ, ਕਾਲ ਪੈ ਗਿਆ। ਵੀ ਹੁਣ ਵਰਖਾ ਹੋਈ ਹੈ ਤੇ ਹੁਣ ਇਹ ਕਾਲ ਕੁਝ ਹਟਿਆ। 12 ਸਾਲ ਔੜੀ ਲੱਗੀ ਰਹੀ ਹੈ ਤੇ ਕੁਝ ਹੋਇਆ ਹੀ ਨਹੀਂ ਹੈ। ਇਹ ਤਾਂ ਉਹਦੇ ਹੁਕਮ ਕੀ ਹੈ ਨਾ, ਜਿੰਨੀ ਮਰਜ਼ੀ ਔੜ ਲਾ ਸਕਦਾ ਪਰਮੇਸ਼ਰ, ਤੇ ਜਿੰਨੀ ਮਰਜ਼ੀ ਵਰਖਾ ਕਰ ਸਕਦਾ ਹੈ, ਉਹਦੇ ਹੁਕਮ ਦੇ ਵਿੱਚ ਹੀ। ਭਾਵੇਂ ਇੱਥੇ ਜਾਲੀ ਗੱਲ ਕਰ ਦੇਵੇ ਆਪਣੇ ਹੁਕਮ ਦੇ ਵਿੱਚ ਮੀਂਹ ਪਾ ਕੇ, ਤੇ ਭਾਵੇਂ ਉਹ ਮੀਂਹ ਪੈਣ ਹੀ ਨਾ ਦਵੇ 12 ਸਾਲ ਤੇ ਸੋਕਾ ਹੀ ਕਰ ਦੇਵੇ, ਪਾਣੀ ਪੀਣ ਨੂੰ ਨਾ ਲੱਭੇ। ਹੈ ਤਾਂ ਸਾਰਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਖੇਡ ਹੈ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਵੀ ਹਰ ਵੇਲੇ ਪਰਮੇਸ਼ਰ ਦੇ ਭੈ ਵਿੱਚ ਰਹਿ, ਹਰ ਵੇਲੇ ਵਾਹਿਗੁਰੂ ਅੱਗੇ ਝੁਕ ਕੇ ਰਹਿ। ਉਹਦੇ ਅੱਗੇ ਬੰਦਿਆ ਤੇਰਾ ਚਾਰਾ ਕੋਈ ਨਹੀਂ ਚੱਲ ਸਕਦਾ, ਐਵੇਂ ਨਾ ਆਪਣੀ ਬੁੱਧੀਬਦੀ ਦਾ ਮਾਣ ਕਰਿਆ ਕਰ। ਸਹਿਜ ਸਿਆਣਪਾ ਲੱਗ ਹੋਏ ਤਾਂ ਇੱਕ ਨਾ ਚੱਲੇ ਨਾਲ, ਇੱਕ ਨਹੀਂ ਉਹ ਚੱਲਣੀ ਰੱਬ ਦੇ ਨਾਲ। ਉੱਥੇ ਤਾਂ ਝੁਕ ਕੇ ਅੰਦਰੋਂ ਤੇ ਬਾਹਰੋਂ, ਜਿਸ ਠਾਕੁਰ ਸਿਓ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰ। ਸਦਾ ਨਮਸਕਾਰ ਕਰਿਆ ਕਰ। ਤਾਂ ਕਹਿਣ ਲੱਗੇ ਹੁਣ ਇਹ ਮੀਂਹ ਪਿਆ ਹੈ ਤੇ ਫਿਰ ਇਹ ਕਾਲ ਜਿਹੜਾ ਹਟਿਆ ਹੈ। ਜੋਗੀ ਕਹਿਣ ਲੱਗਾ ਕਿ ਇਸ ਤਰ੍ਹਾਂ ਜਦੋਂ ਕਾਲ ਪਿਆ ਤੇ ਉਦੋਂ ਬਹੁਤੀ ਲੋਕ ਮਾਰੇ ਗਏ, ਕੋਈ ਵਿਰਲਾ ਵਿਰਲਾ ਰਹਿ ਗਿਆ। ਫਿਰ ਹੌਲੀ ਹੌਲੀ ਫਿਰ ਸੰਸਾਰ ਦੇ ਵਿੱਚ ਲੋਕ ਜਿਹੜੇ ਹਨ ਉਹ ਵਧੇ। ਇਸ ਤਰ੍ਹਾਂ ਦੇ ਸਮੇਂ ਸਿੰਘੋ ਮੇਰੀ ਜ਼ਿੰਦਗੀ ਵਿੱਚ ਬੜੇ ਬੀਤੇ ਕਿ ਕਈ ਵਾਰੀ ਦੁਨੀਆ ਮਰ ਜਾਂਦੀ ਰਹੀ ਆ, ਘਟ ਜਾਂਦੀ ਰਹੀ, ਥੋੜੇ ਜਿਹੇ ਰਹਿ ਜਾਂਦੇ ਰਹੇ ਆ, ਤੇ ਕਈ ਵਾਰੀ ਵੱਧ ਜਾਂਦੀ ਰਹੀ ਦੁਨੀਆ, ਫੇਰ ਢੇਰ ਲੱਗ ਜਾਂਦੇ ਰਹੇ। ਇਸ ਤਰੀਕੇ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਸਮੇਂ ਬਹੁਤ ਆਏ ਹਨ। ਤੇ ਕਈ ਵਾਰੀ ਲੜਾਈ ਬੜੀ ਹੋਈ ਸੰਸਾਰ, ਲੜ ਲੜ ਕੇ ਮਰ ਗਈ ਦੁਨੀਆ, ਬੜੀ ਲੜਦੀ ਦੁਨੀਆ। ਤੇ ਹੈ ਜੇ ਪਰਮੇਸ਼ਰ ਦੀ ਖੇਡ ਹੀ ਆ, ਲੋਕਾਂ ਦੀ ਬੁੱਧੀ ਉਸ ਤਰ੍ਹਾਂ ਦੀ ਹੋ ਜਾਂਦੀ ਨਾ ਜਦੋਂ ਪਰਮੇਸ਼ਰ ਤੋਂ। ਤੱਕ ਉਹ ਕਹਿਣ ਲੱਗਾ ਜੋਗੀ ਕਿ ਕਈ ਵਾਰੀ ਲੜ ਲੜ ਕੇ ਮਰੇ। ਤੇ ਹੁਣ ਜਿਹੜਾ ਸਮਾਂ ਚੱਲ ਰਿਹਾ ਇਹਨੂੰ ਕਲਯੁਗ ਆ, ਕਲਯੁਗ। ਕਿਉਂ? ਕਾਲ ਨਾਮ ਲੜਾਈ ਦਾ ਵੀ ਹੁੰਦਾ। ਇਸ ਸਮੇਂ ਵਿੱਚ ਲੜਾਈਆਂ ਦੇ ਵਿੱਚ ਸਾਰੇ ਸਮਿਆਂ ਵਿੱਚ ਹੀ ਹੋਈਆਂ, ਕੋਈ ਵੀ ਇਤਿਹਾਸ ਪਿਛਲਾ ਪੜ੍ਹ ਲਓ, ਸਾਰੇ ਸਮਿਆਂ 'ਚ ਲੜਾਈਆਂ ਹੁੰਦੀਆਂ। ਤੇ ਹੁਣ ਤੇ ਹੈ ਹੀ ਜਿਹੜੀ ਕਲਾ ਦਾ ਯੁੱਗ, ਲੜਾਈ ਦਾ ਯੁੱਗ ਹੀ ਹੈ। ਚਾਰ ਚੁਫੇਰੇ ਅੰਦਰ ਬਾਹਰ, ਹਰ ਪਾਸੇ ਲੜਾਈ ਲੜਾਈ।
धार्मिक पक्ष विच भी, समाजिक पक्ष विच भी, राजनीतिक पक्ष विच भी, सब पासे डांग सोटा ही खड़की जाता। ते कलगीधर पातशाह महाराज इस भाव विचों भी अकाल पुरख वाहिगुरू नूं नमस्कार करते। कहते वाहिगुरू असीं तैनूं नमस्कार करते, मत्था टेकते हैं भी तू लड़ाई करने वाला, लड़ाई पैदा करने वाला। लड़ाई भी उहदे हुक्म दे विच ही ते शांति भी उहदे हुक्म दे विच ही वरतदी है। जाप साहिब च महाराज कहते नमो कलह करता, नमो शांत रूपे। लड़ाई नूं पैदा करने वाले तैनूं नमस्कार है, ते शांति वरताउण वाले तैनूं मत्था टेकदे हैं, तैनूं नमस्कार है। शांति वरताउण जे सारे नाम बाणी नाल जुड़ जाण, हैं नशे छड्ड देण, विषय छड्ड देण, अवगुण छड्ड देण, झूठ छड्ड देण, निंदिया छड्ड देण, चुगली छड्ड देण, ईर्खा छड्ड देण, ते आपे शांति वरते। ते ये तां वरतेगी जे बाणी पढ़न लग पईए, नाम जपण लग पईए, गुरु के सिद्धांत ते चल पईए, फिर शांति वरतेगी। चोरी जारी ठगी बेईमानी ये छड्ड दिता जावे ते गुरु की बाणी का उपदेश हिरदे वस जावे ते शांति वरतेगी। जिस सिख दे हिरदे च बाणी वसदी, जिस घर दे विच बाणी का वासा हुंदा, जिस परिवार विच, जिस नगर विच, जिस थां दे उत्ते, उत्थे फिर सुख ते शांति वरतदे। क्योंकि महाराज ने आख्या साधन ही है, तरीका ही है, सिमरो सिमर सिमर सुख पाओ। कि जे सुख पाना तो सिमरन करो भाई। जे बीमारी दूर करनी है तो मारे कहते दवाई खाओ भाई, दवाई खाओ। पर बंदा कहता ना दवाई नहीं मैं खानी, रोग मेरा हट गया। भाई गुरदास साहब जी ने आख्या पूछत पथ कदे ही मार्ग न धारे, पग प्रीतम के देश कैसे बातन कह जाइए। राह पुछी जा गली बाती प्यारे दे देश किवें पहुंचेगा, पैर एक नहीं पुटदा। पूछत है बैद खाद योग ना संजम से, कैसे मिटे रोग सुख सहज समाई है। वैद कोलों दवाई पुछदा, हकीम कोलों डॉक्टर कोलों ना ते दवाई खांदा ते ना ये माई दा दाल परहेज ही रखदा। उन्हें आख्या खट्टा मिठा नहीं खाना, ये छड्डदा ही कोई नहीं। नाम एक दवाई है, कुरैतां दा त्याग करना, परहेज रखना। ते जे दवाई भी खाई जाइए तो जिधरों परहेज आके वो परहेज भी ना रखिए तो फिर दवाई असर नहीं करती। महाराज ने आख्या सारे रोगों की दवाई एक ही है भाई, नाम। पर नाम जपण दे नाल परहेज दा रखना ही पैना, जिहड़ा गुरु साहब ने आख्या भी अपरैता है हुक्का हजामत हलालो हराम। ये अपरैता का त्याग करके नाम रूपी दवाई का सेवन कर, ते फिर जन्म ते मरण की बीमारी कटी जाए। सर्व रोग का औषध नाम, कल्याण रूप मंगल गुण गाम। पूछत है वैद खाद औषध न संजम से, कैसे मिटे रोग सुख सहज समाई है। पूछत सुहागन है कर्म दुहागन के, हृदय व्यभिचार का सहजा बुलाई। कहते सुहागन तो सुहागवंतियां दे गुण पुछ के जे आप ना धारण कीते ते सुहागन नहीं बनया जाना। गल्ली हो सुहागन भैणे कंकना कबहू मैं मिलिया। ये तीन उदाहरण दे के फिर आख्या गुरु के सिखो बाणी गाउणी सुननी लाभदायक है, पर लाभ पूरा उदों मिलेगा जो गुरु के वचन नूं मन्नांगे। गाए सुने आखे मीचे पाइए ना परम पाद, गोरे उपदेश गह जो लो ना कमाइए। तां उस वेले वो साधु ने ਸਿੰਘਾਂ ਨੂੰ ਦੱਸਿਆ कि मेरी शरीर कारबला विच कई वारी संसार दे विच लड़ाई बहुती होण लग पैंदी रही, ते लोग लड़ लड़ के आपस दे विच ईर्खा वैर घृणा नफरत करके लड़ लड़ के मरे बहुत। कई बार तुझे बस पए, ते कई वारी दुनिया उजड़ी ते कई वारी वसी, कई वारी उजड़ उजड़ के वसी। देखो कैसा वर्तारा परमेश्वर वाहिगुरू जी का, कितनी वड्डी ये खेल है। दिवस रात दोए दाई दाया, खेल है सगल जगत। एक तो ये खेल रहे ना लोग धंधे च लग रहे सारा दिन, ये भी खेल ही। पर सारे संसार नूं महाराज ने बाणी च तमाशा आख्या ते खेड आख्या। जाप साहब जी आप पढ़ते ना खेल खेल अखेल खेलन अंत को फिर एक। सारी खेल नूं पैदा करने वाला भी वो खेड के ते फिर समाप्त करके अंत नूं कल्ला हो के बह जाता।
ਤੇ ਗਰੀਬ ਨਵਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਚ ਭੱਟ ਰਸਨਾ ਦੁਆਰਾ ਵੀ ਆਖਿਆ, ਵਾਹੋ ਆਹੋ ਕਾ ਵੱਡਾ ਤਮਾਸ਼ਾ। ਇਹ ਸੰਸਾਰ ਇੱਕ ਵੱਡਾ ਹੀ ਤਮਾਸ਼ਾ ਰਚਿਆ ਹੋਇਆ ਵਾਹਿਗੁਰੂ। ਆਪੇ ਹੱਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪ੍ਰਗਾਸਾ, ਆਪੇ ਜਲ ਆਪੇ ਥਲ ਥੰਮਣ, ਆਪੇ ਕੀਆ ਘਟ ਘਟ ਬਾਸਾ, ਆਪੇ ਨਰ ਆਪੇ ਪੁਣ ਨਾਰੀ, ਆਪੇ ਸਾਰੇ ਆਪ ਹੀ ਪਾਸਾ, ਗੁਰਮੁਖ ਸੰਗਤ ਸਭੈ ਵਿਚਾਰੋ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਆਖਿਆ ਸੰਗਤ ਵਿੱਚ ਬਹਿ ਕੇ ਤਮਾਸ਼ੇ ਦੀ ਵਿਚਾਰ ਕਰੋ। ਗੁਰੂ ਕੀ ਬਾਣੀ ਦੁਆਰਾ ਇਹ ਵਾਹਿਗੁਰੂ ਦਾ ਰਚਿਆ ਹੋਇਆ ਵੱਡਾ ਹੀ ਤਮਾਸ਼ਾ ਸਮਝ ਚ ਆਉਣ ਵਾਲਾ ਨਹੀਂ। ਇਹਦਾ ਕੋਈ ਪੱਖ ਸਮਝ ਵਿੱਚ ਨਹੀਂ ਆਉਂਦਾ, ਸਮਝ ਆ ਰਹੀ ਜਾਂਦੀ ਹੈ। ਜਿੰਨਾ ਮਰਜ਼ੀ ਉਡਾਰੀਆਂ ਲਾ ਕੇ ਸਮਝ, ਇਹਦੇ ਖੰਭ ਹੀ ਝੜ ਜਾਂਦੇ। ਇਹ ਤਮਾਸ਼ਾ ਹੀ ਹੈ। ਕਲਗੀਧਰ ਪਾਤਸ਼ਾਹ ਨੇ ਵੀ ਆਖਿਆ, ਦੇਖਣ ਆਇਓ ਜਗਤ ਤਮਾਸ਼ਾ। ਇਹ ਸੰਸਾਰ ਰੂਪੀ ਤਮਾਸ਼ਾ ਵੇਖਣ ਵਾਸਤੇ ਆਏ ਅਸੀਂ। ਤਾਂ ਹੈ ਇਹ ਖੇਡ। ਉਹ ਜੋਗੀ ਕਹਿੰਦਾ, ਸਾਧੂ ਕਹਿੰਦਾ ਵੀ ਸਿੰਘੋ, ਕਈ ਵਾਰੀ ਲੋਕ ਉਜੜੇ ਇੱਥੇ ਸੰਸਾਰ ਵਿੱਚ ਤੇ ਕਈ ਵਾਰੀ ਫੇਰ ਵਸੇ। ਤੇ ਹੈ ਤਾਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਉਜਾੜਾ ਹੁੰਦਾ, ਵਸੇਪਾ ਵੀ ਉਹਦੇ ਹੁਕਮ ਵਿੱਚ ਹੁੰਦਾ, ਉਜੜਦੇ ਵੀ ਉਹਦੇ ਹੁਕਮ ਦੇ ਵਿੱਚ। ਆਪਾਂ ਇੱਕ ਬਚਨ ਪੜ੍ਹਦੇ ਹਾਂ, ਭਗਤ ਕਬੀਰ ਸਾਹਿਬ ਜੀ ਦੀ ਰਸਨਾ ਦਾ ਉਚਾਰਨ ਕੀਤਾ ਹੋਇਆ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਜਿੱਥੇ ਜਲ ਸੀ ਨਾ, ਦਰਿਆ ਵਗਦੇ, ਸਮੁੰਦਰ ਵਗਦੇ, ਉੱਥੇ ਉਹ ਖੁਸ਼ਕ ਵੀ ਥਾਂ ਕਰ ਦਿੰਦਾ। ਕਈਆਂ ਥਾਵਾਂ ਤੇ ਪਹਿਲਾਂ ਦਰਿਆ ਵਗਦੇ ਸੀ, ਅੱਜ ਉੱਥੇ ਦਰਿਆ ਨਹੀਂ, ਅੱਜ ਦਰਿਆ ਹੋਰ ਥਾਵਾਂ ਤੇ ਹੁੰਦਾ। ਸ੍ਰੀ ਗੋਇੰਦਵਾਲ ਸਾਹਿਬ ਢਾਈ ਦੇ ਨਾਲ ਵਗਦਾ ਰਿਹਾ ਵਾ ਪਹਿਲਾਂ ਦਰਿਆ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਇਤਿਹਾਸ ਵਿੱਚ ਆਉਂਦਾ। ਤੇ ਹੁਣ ਵੇਖੋ ਗੋਇੰਦਵਾਲ ਸਾਹਿਬ ਤੋਂ ਕਿੰਨਾ ਉਰਾਂ ਨੂੰ ਹੋ ਗਿਆ ਦਰਿਆ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਹ ਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਉਹ ਪਰਮੇਸ਼ਰ ਦੀ ਐਸੀ ਰਚਨਾ ਹੈ ਕਿ ਇੱਕ ਛਿੰਨ ਦੇ ਵਿੱਚ ਹੋਰ ਧੋਰ ਕਰਨ ਦੀ ਸਮਰੱਥਾ ਵਾਲਾ। ਖਿਨ ਮਹਿ ਅਵਰ, ਖਿਨੈ ਮਹਿ ਅਵਰਾ, ਅਜਰਜ ਚਲਤ ਤੁਮਾਰੇ, ਰੂੜੋ ਗੂੜੋ ਗਹਿਰ ਗੰਭੀਰੋ, ਉੱਚਾ ਅਗਮ ਅਪਾਰ। ਜਿਸ ਦਾ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ। ਖਿਨ ਮਹਿ ਰਾਓ ਰੰਗ ਕਉ ਕਰਈ, ਰਾਓ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਜਹ ਤਾਕੋ ਬਿਵਹਾਰ। ਆਪਣੀ ਮਾਇਆ ਆਪ ਪਸਾਰੀ, ਆਪਣੀ ਮਾਇਆ ਆਪ ਹੀ ਉਹਨੇ ਪਸਾਰੀ ਹੋਈ। ਤਾਂ ਜੋਗੀ ਕਹਿੰਦਾ ਕਿ ਸਿੰਘੋ, ਕਈ ਵਾਰੀ ਸੰਸਾਰ ਉਜੜਿਆ, ਕਈ ਵਾਰੀ ਇਸ ਸਮੇਂ ਵਿੱਚ ਵਸਿਆ ਹੈ। ਫਿਰ ਕਬ ਐਸੇ ਸਮੇਂ, ਕਦੀ ਕਿਸੇ ਤਰ੍ਹਾਂ ਦੇ ਸਮੇਂ ਆਏ, ਕਦੀ ਕਿਸੇ ਤਰ੍ਹਾਂ ਦੇ ਸਮੇਂ ਆਏ। ਜਗ ਮੈਂ ਕਰੇ ਮੈਂ ਤਾਂ ਬਹੁਤ ਤਰ੍ਹਾਂ ਦਾ ਸਮਾਂ ਉਹਨੇ ਆਖਿਆ ਵੇਖਿਆ ਸੰਸਾਰ ਵਿੱਚ। ਕਦੀ ਇੱਥੇ ਲੋਕ ਵਸਦੇ ਵੇਖੇ, ਕਦੀ ਉਜੜਦੇ ਵੇਖੇ, ਕਦੀ ਲੜਦੇ ਵੇਖੇ, ਕਦੀ ਹੱਸਦੇ ਵੇਖੇ। ਕਈ ਤਰ੍ਹਾਂ ਦੇ ਸਮੇਂ ਸੰਸਾਰ ਵਿੱਚ ਆਏ। ਤਾਂ ਇਸ ਸਾਧੂ ਦੀ ਨਿਮਰਤਾ ਸਹਿਤ ਬੇਨਤੀਆਂ ਕੀਤੀਆਂ। ਸਤਿਗੁਰੂ ਜੀ ਨੇ ਜਦੋਂ ਸੁਣੀਆਂ ਤੇ ਫਿਰ ਇਸ ਸਾਧੂ ਤੇ ਖੁਸ਼ੀ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਹੰਕਾਰ ਤੋਂ ਆਦਿ ਔਗਣ ਸੀ ਨਾ ਹਿਰਦੇ ਵਿੱਚ ਤੇ ਦੁਬਿਧਾ ਸੀ ਬਣੀ ਹੋਈ, ਉਹ ਸਾਰੀ ਦੂਰ ਕਰ ਦਿੱਤੀ ਗੁਰੂ ਸਾਹਿਬ ਨੇ ਖੁਸ਼ੀ ਕਰਕੇ। ਕਿਉਂਕਿ ਜਪ ਕਰਨਾ, ਤਪ ਕਰਨਾ, ਸੇਵਾ ਕਰਨੀ, ਸਿਮਰਨ ਕਰਨਾ, ਇਹ ਕਰਨਾ ਜਿਹੜਾ ਹੈ ਨਾ, ਇਹ ਕਰਦਿਆਂ ਕਰਦਿਆਂ ਕਈ ਵਾਰੀ ਹੰਕਾਰ ਆ ਜਾਂਦਾ। ਜਿਵੇਂ ਇਸ ਸਾਧੂ ਨੂੰ ਆਇਆ, ਵੱਡੀ ਉਮਰ ਦਾ ਹੰਕਾਰ, ਤਪ ਦਾ ਵੀ ਹੰਕਾਰ, ਯੋਗਾ ਅਭਿਆਸ ਦਾ ਹੰਕਾਰ। ਸੇਵਾ ਸਫਲੀ ਤਾਂ ਹੁੰਦੀ ਹੈ ਜਦੋਂ ਹੰਕਾਰ ਮਿਟ ਜਾਵੇ। ਸਿਮਰਨ ਦਾ ਵੀ ਫਲ ਪੂਰਾ ਪੂਰਾ ਤਾਂ ਹੀ ਮਿਲਦਾ ਹੈ ਜਦੋਂ ਹੰਕਾਰ ਦੀ ਨਿਵਰਤੀ ਹੋਵੇ। ਨਹੀਂ ਤੇ ਬੰਦਾ ਕਰੇ ਤੇ ਭਾਵੇਂ ਥੋੜਾ ਤੇ ਮਾਣ ਬਹੁਤਾ ਕਰ ਲੈਂਦਾ। ਜਦੋਂ ਗੁਮਾਨ ਆ ਗਿਆ ਉਦੋਂ ਫਲ ਨਹੀਂ ਮਿਲਦਾ। ਵਿਚਕਾਏ ਹੰਕਾਰ ਆ ਹੁੰਦਾ ਕਿ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ। ਮੈਂ ਵੱਡਾ ਦਾਨੀ, ਮੈਂ ਵੱਡਾ ਗਿਆਨੀ, ਮੈਂ ਵੱਡਾ ਸੇਵਾਦਾਰ, ਮੈਂ ਵੱਡਾ ਜਪ ਕਰਨ ਵਾਲਾ, ਤਪ ਕਰਨ ਵਾਲਾ। ਫਿਰ ਮੈਂ ਆ ਖਲੋਂਦੀ ਵਿੱਚ। ਤੇ ਜਦੋਂ ਮੈਂ ਵਿੱਚ ਆ ਜਾਵੇ, ਜਪ ਲਗ ਮੇਰੀ ਮੇਰੀ ਕਰੈ, ਤਪ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੈ ਆਏ। ਭੋਗ ਦੇ ਸ਼ਲੋਕਾਂ 'ਚ ਨਾਵੇਂ ਪਾਤਸ਼ਾਹ ਦਾ ਇੱਕ ਬਚਨ ਆਪਾਂ ਸਰਵਣ ਕਰਦੇ ਹਾਂ ਇਸ ਸੰਬੰਧ ਵਿੱਚ। ਮਹਾਰਾਜ ਕਹਿੰਦੇ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ,
ਨਾਨਕ ਨੇ ਭਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਕੋਈ ਤੀਰਥਾਂ ਦੀ ਯਾਤਰਾ ਕਰਕੇ, ਵਰਤ ਰੱਖ ਕੇ, ਦਾਨ ਕਰਕੇ ਫਿਰ ਗੁਮਾਨ ਕਰ ਲਵੇ ਵੀ ਮੇਰੇ ਵਰਗਾ ਤੇ ਕੋਈ ਜਾਦੂ ਹੀ ਨਹੀਂ, ਮੇਰੇ ਵਰਗਾ ਕੋਈ ਤੀਰਥਾਂ ਦਾ ਇਸ਼ਨਾਨੀ ਨਹੀਂ, ਮੇਰੇ ਵਰਗਾ ਕੋਈ ਦਾਨੀ ਨਹੀਂ। ਤੇ ਮਹਾਰਾਜ ਕਹਿੰਦੇ ਉਹਦਾ ਸਭ ਕੁਝ ਇਸ ਤਰ੍ਹਾਂ ਨਿਸ਼ਫਲ ਹੋ ਜਾਂਦਾ ਜਿਵੇਂ ਹਾਥੀ ਦਾ ਨਹਾਉਣਾ। ਹਾਥੀ ਜਦੋਂ ਦਰਿਆ ਵਿੱਚ, ਨਦੀ ਵਿੱਚ ਪ੍ਰਵੇਸ਼ ਕਰਕੇ ਤੇ ਆਪਣਾ ਪਿੰਡਾ ਗਿੱਲਾ ਕਰਦਾ, ਨਹਾ ਲੈਂਦਾ ਹੈ ਨਾ, ਇਸ਼ਨਾਨ ਕਰ ਲੈਂਦਾ ਹੈ, ਤੇ ਬਾਹਰ ਨਿਕਲ ਕੇ ਤੇ ਆਪਣੀ ਸੁੰਡ ਨਾਲ ਮਿੱਟੀ ਚੁੱਕ ਕੇ ਆਪਣੇ ਪਿੰਡੇ ਤੇ ਸੁੱਟ ਕੇ ਫੇਰ ਮੈਲਾ ਹੋ ਜਾਂਦਾ। ਸਤਿਗੁਰੂ ਕਹਿੰਦੇ ਇਨਸਾਨ ਹੰਕਾਰ ਕਰਕੇ ਫੇਰ ਮੈਲਾ ਹੋ ਜਾਂਦਾ। ਤਾਂ ਉਹ ਜੋ ਸਾਧੂ ਦੇ ਅੰਦਰ ਗਰਭ ਤੋਂ ਆਦਿਕ ਤੇ ਦੁਬਦਾ ਹਿਰਦੇ ਵਿੱਚ ਬਣੀ ਹੋਈ ਸੀ, ਸਾਰੀ ਗੁਰੂ ਜੀ ਨੇ ਦੂਰ ਕਰ ਦਿੱਤੀ। ਮਸਤਕ ਟੇਕ ਆਸ਼ਰਮ ਮੈਂ ਗਏ। ਨਮਸਕਾਰ ਕਰਕੇ ਮੱਥਾ ਟੇਕ ਕੇ ਫਿਰ ਆਪਣੇ ਆਸ਼ਰਮ ਵਿੱਚ ਚਲੇ ਗਿਆ, ਉਸ ਜਲ ਦੇ ਤਾਲ ਤੋਂ ਪਰਲੇ ਪਾਸੇ। ਫਿਰ ਕਲਗੀਧਰ ਪਾਤਸ਼ਾਹ ਨੇ ਵੀ ਰਾਤ ਦੇ ਸਮੇਂ ਫਿਰ ਪ੍ਰਸ਼ਾਦਾ ਪਾਣੀ ਛਕਣਾ ਕੀਤਾ। ਸੁਖ ਪੂਰਵਕ, ਆਰਾਮ ਪੂਰਵਕ ਸਤਿਗੁਰੂ ਜੀ ਨੇ ਬਰਾਜ ਕਰਕੇ ਰਾਤ ਬਤੀਤ ਕੀਤੀ। ਫਿਰ ਅੰਮ੍ਰਿਤ ਵੇਲਾ ਹੋ ਗਿਆ, ਦਾਤਨ ਕੀਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਸਰੀਰਕ ਕਿਰਿਆ ਸੋਧੀ ਹੈ ਤੇ ਇਸ਼ਨਾਨ ਕੀਤਾ। ਅੰਮ੍ਰਿਤ ਵੇਲੇ ਦਾ ਇਸ਼ਨਾਨ ਕੀਤਾ ਦਸ਼ਮੇਸ਼ ਪਾਤਸ਼ਾਹ ਜੀ ਨੇ। ਤੋ ਇੱਥੇ ਅਧਿਆਇ ਦੀ ਸਮਾਪਤੀ ਹੈ, ਸਮੇਂ ਦੀ ਵੀ ਸਮਾਪਤੀ ਹੈ। ਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਦੇ ਵਿਚਾਰ ਸਾਂਝੀ ਕਰਦੇ ਹਾਂ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ, ਅੱਗੇ ਵਾਸਤੇ ਸਮੱਤ ਦੇਣੀ। ਦੇਹੋ ਸੱਜਣਿਆ ਸੀ ਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਕੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਧਾਰ। ਅੰਧ ਗੋਪ ਮਹਾ ਭਿਆਨ, ਨਾਨਕ ਪਾਰੇ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।